सत श्री अकाल। न्यूज़ 18 पंजाब हरियाणा हिमाचल तुसीं देख रहे हो। गौरव शुक्ला मैं हां तुहाडे नाल हाज़र हां खबरां दा प्राइम टाइम लैके। खबरां दे प्राइम टाइम दे विच अज असीं गल 2015 दी करांगे। 2015 दा ओह पूरा साल ਜਦੋਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਗੋਲੀ ਕਾਂਡ ਹੋਇਆ ਤੇ ਉਸ ਪੂਰੇ ਮਾਮਲੇ ਦੇ ਉੱਤੇ ਸਿਆਸਤ ਲਗਾਤਾਰ ਹੁੰਦੀ ਹੋਈ ਹੈ। 2017 ਦੇ ਇਲੈਕਸ਼ਨ 'ਚ ਵੀ ਹੋਈ ਸੀ ਤੇ ਮੁੱਦਾ 2022 'ਚ ਵੀ ਜ਼ਰੂਰ ਸੁਰਖੀਆਂ 'ਚ ਰਹੇਗਾ। ਪਰ ਇਸ ਸਭ ਦੇ ਵਿਚਾਲੇ ਜਿਹੜੇ ਮਾਮਲੇ ਦੇ ਵਿੱਚ ਕਲੀਨ ਚਿਟ ਮਿਲੀ ਹੈ ਸਿੱਖ ਪ੍ਰਚਾਰਕਾਂ ਨੂੰ, ਉਸਨੇ ਕਈ ਸਵਾਲ ਖੜੇ ਕੀਤੇ ਨੇ। ਕੋਟਪੁਰਾ ਗੋਲੀ ਕਾਂਡ ਦੇ ਵਿੱਚ ਸਿੱਖ ਪ੍ਰਚਾਰਕਾਂ ਨੂੰ ਕਲੀਨ ਚਿਟ ਮਿਲੀ ਹੈ। ਅੱਜ ਅਸੀਂ ਇਸੇ ਮੁੱਦੇ ਉੱਤੇ ਚਰਚਾ ਕਰਾਂਗੇ। ਸਾਡੇ ਨਾਲ ਕਾਂਗਰਸ ਦੇ ਤੇ ਅਕਾਲੀ ਦਲ ਦੇ ਨੁਮਾਇੰਦੇ ਹੋਣਗੇ ਨਾਲ, ਤੇ ਸਵਾਲ ਇਸ ਕਰਕੇ ਵੀ ਉੱਠਦੇ ਨੇ ਕਿ ਇਸ ਦੇ ਮਾਇਨੇ ਕੀ ਕੱਢੇ ਜਾਣ। 2015 ਚ ਅਕਾਲੀ ਭਾਜਪਾ ਦੀ ਸਰਕਾਰ ਸੀ। ਉਸ ਸਮੇਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਮਾਂਜੀ ਜਿਨ੍ਹਾਂ ਦੇ ਉੱਤੇ ਪੂਰਾ ਮਾਮਲਾ ਦਰਜ ਹੋਇਆ, ਤੇ ਹੁਣ ਕਾਂਗਰਸ ਦੀ ਸਰਕਾਰ ਦੇ ਸਮੇਂ ਐਸਆਈਟੀ ਨੇ ਕਲੀਨ ਚਿਟ ਦਿੱਤੀ ਹੈ ਕਿ ਹਿੰਸਕ ਪ੍ਰਦਰਸ਼ਨ ਦਾ ਜੋ ਮਾਮਲਾ ਉਹਨਾਂ ਤੇ ਸੀ ਉਸ ਦੇ ਵਿੱਚ ਉਹਨਾਂ ਨੂੰ ਕਲੀਨ ਚਿਟ ਦਿੱਤੀ ਗਈ ਹੈ। ਅੱਜ ਇਸੇ ਮੁੱਦੇ ਉੱਤੇ ਚਰਚਾ ਕਰਾਂਗੇ। ਮੁੱਦਾ ਬਹੁਤ ਗੰਭੀਰ ਹੈ। ਸਮਝ ਕੇ ਦੇਖੋ ਕਿ ਵਾਕਈ ਉੱਥੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਹੋ ਰਿਹਾ ਸੀ ਬਾਈਬਲ ਕਲਾਂ ਤੇ ਕੋਟਪੁਰਾ ਦੇ ਵਿੱਚ। ਇਸ ਕਲੀਨ ਚਿਟ ਦੇ ਨਾਲ ਇਹੀ ਸਮਝਿਆ ਜਾਵੇ ਜਾਂ ਇਸ ਦੇ ਕੀ ਮਾਇਨੇ ਕੱਢੇ ਜਾਣ ਇਲੈਕਸ਼ਨ ਤੋਂ ਪਹਿਲਾਂ ਤੇ ਇਸ ਪੂਰੇ ਮੁੱਦੇ ਤੇ ਜਦੋਂ ਸਿਆਸਤ ਹੁੰਦੀ ਹੈ ਤੇ ਇਸ ਵਿਚਾਲੇ ਕਲੀਨ ਚਿਟ, ਇਸ ਦੇ ਉੱਤੇ ਗੱਲ ਕਰਾਂਗੇ। ਪਰ ਇਹੀ ਖਬਰ ਜੋ ਵੱਡੀ ਹੈ ਉਹ ਤੁਹਾਨੂੰ ਦੱਸ ਦਿਆਂ ਪਹਿਲਾਂ। ਦਰਅਸਲ ਪੂਰਾ ਮਾਮਲਾ ਕੀ ਹੈ ਜੋ ਨਿਕਲ ਕੇ ਸਾਹਮਣੇ ਆਇਆ। ਕੋਟਪੁਰਾ ਗੋਲੀ ਕਾਂਡ ਦੇ ਵਿੱਚ ਸਿੱਖ ਪ੍ਰਚਾਰਕਾਂ ਨੂੰ ਕਲੀਨ ਚਿਟ ਦਿੱਤੀ ਗਈ ਹੈ ਐਸਆਈਟੀ ਦੇ ਵੱਲੋਂ। ਹਿੰਸਕ ਪ੍ਰਦਰਸ਼ਨ ਕਰਨ ਦੇ ਇਲਜ਼ਾਮ ਇਹਨਾਂ ਸਿੱਖ ਪ੍ਰਚਾਰਕਾਂ ਦੇ ਉੱਤੇ ਲੱਗੇ ਸੀ। ਨਾਮਜ਼ਦ ਕੀਤਾ ਗਿਆ ਸਿੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਵੀ, ਤੇ ਉਹਨਾਂ ਨੂੰ ਕਲੀਨ ਚਿਟ ਦੇ ਦਿੱਤੀ ਗਈ ਹੈ। ਐਸਆਈਟੀ ਨੇ ਮਾਮਲੇ 'ਚ ਕੁੱਲ 23 ਲੋਕਾਂ ਨੂੰ ਬੇਗੁਨਾਹ ਕਰਾਰ ਦੇ ਦਿੱਤਾ ਹੈ। ਪ੍ਰਚਾਰਕਾਂ ਦੇ ਵਿੱਚ ਹਰਜਿੰਦਰ ਸਿੰਘ ਮਾਂਜੀ ਵੀ ਸ਼ਾਮਲ ਨੇ, ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਸ਼ਾਮਲ ਨੇ। ਵੱਡੀ ਖਬਰ ਦੇ ਨਾਲ ਤੁਹਾਨੂੰ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਇਸ ਪੂਰੇ ਮੁੱਦੇ ਉੱਤੇ ਚਰਚਾ ਵੀ ਕਰਾਂਗੇ। ਤਾਂ ਪੰਥਪ੍ਰੀਤ ਸਿੰਘ ਖਾਲਸਾ ਤੇ ਸੰਧਾਵਾਲਾ ਨੂੰ ਵੀ ਕਲੀਨ ਚਿਟ ਦਿੱਤੀ ਗਈ ਹੈ। ਇਸ ਪੂਰੇ ਮਾਮਲੇ ਦੇ ਵਿੱਚ ਸਵਾਲ ਇਹੀ ਨੇ। ਇਸ ਮੁੱਦੇ ਉੱਤੇ ਅਸੀਂ ਚਰਚਾ ਕਰਾਂਗੇ। ਬਹੁਤ ਗੰਭੀਰ ਮੁੱਦਾ ਹੈ। ਬੇਅਦਬੀ ਦੇ ਮੁੱਦੇ ਤੇ ਸਿਆਸਤ ਪੰਜਾਬ 'ਚ ਹੁੰਦੀ ਹੈ, ਪਰ ਇਸ ਕਲੀਨ ਚਿਟ ਦੇ ਮਤਲਬ ਕੀ ਕੱਢੇ ਜਾਣ, ਇਸ ਦਾ ਕੋਈ ਸਿਆਸੀ ਮਤਲਬ ਕੱਢਦੇ ਨੇ ਅਕਾਲੀ ਜਾਂ ਕਾਂਗਰਸ ਇਸ ਨੂੰ ਕਿਵੇਂ ਦੇਖਦੀ ਹੈ, ਇਸ ਪੂਰੇ ਮੁੱਦੇ ਉੱਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। 2015 ਤੋਂ 2020 ਦੇ ਵਿਚਾਲੇ ਕੀ ਬਦਲ ਗਿਆ ਕਿ ਉਹ ਹਿੰਸਕ ਪ੍ਰਦਰਸ਼ਨਾਂ ਤੋਂ ਜੋ ਮਾਮਲਾ ਸੀ ਉਸ ਨੂੰ ਕਲੀਨ ਚਿਟ ਦੇ ਵਿੱਚ ਬਦਲ ਦਿੱਤਾ ਗਿਆ, ਇਸ ਦੇ ਉੱਤੇ ਹੀ ਅਸੀਂ ਗੱਲਬਾਤ ਕਰਾਂਗੇ। ਕਿਉਂਕਿ ਵੱਡੇ ਨਾਮ ਨੇ ਇਹ ਜਿਨ੍ਹਾਂ ਦਾ ਅਸੀਂ ਜ਼ਿਕਰ ਕਰੀਏ। ਰਣਜੀਤ ਸਿੰਘ ਢੱਡਰੀਆਂ ਵਾਲੇ ਸਿੱਖ ਪ੍ਰਚਾਰਕ ਨੇ। ਹਰਜਿੰਦਰ ਸਿੰਘ ਮਾਂਜੀ ਦਾ ਅਸੀਂ ਜਦੋਂ ਜ਼ਿਕਰ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਦੀਵਾਨ ਦੇ ਦੌਰਾਨ ਹੀ ਜਦੋਂ ਉਹਨਾਂ ਦੇ ਵੱਲੋਂ ਕਥਾ ਸੁਣਾਈ ਜਾ ਰਹੀ ਸੀ ਤਾਂ ਉਸ ਦੌਰਾਨ ਹੀ ਉੱਥੇ ਕੁਝ ਡੇਰਾ ਪ੍ਰੇਮੀਆਂ ਦੇ ਵੱਲੋਂ ਲੋਕੇਟ ਉਤਾਰੇ ਗਏ ਸੀ। ਉਸ ਤੋਂ ਬਾਅਦ ਇਹ ਪੂਰਾ ਮਾਮਲਾ, ਇਹ ਪੂਰੇ ਇਲਜ਼ਾਮ ਲੱਗਦੇ ਨੇ। ਅਸੀਂ ਇਸ ਦੇ ਉੱਤੇ ਹੀ ਚਰਚਾ ਕਰਾਂਗੇ ਕਿ ਮਾਂਜੀ ਨੂੰ ਕਲੀਨ ਚਿਟ, ਢੱਡਰੀਆਂ ਵਾਲੇ ਨੂੰ ਕਲੀਨ ਚਿਟ, ਪੰਥਪ੍ਰੀਤ ਸਿੰਘ ਨੂੰ ਕਲੀਨ ਚਿਟ, ਪੰਥਪ੍ਰੀਤ ਸਿੰਘ ਖਾਲਸਾ ਨੂੰ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੇ ਭੀੜ ਇਕੱਠੀ ਕੀਤੀ, ਉੱਥੇ ਪ੍ਰਦਰਸ਼ਨ ਹਿੰਸਕ ਹੋਇਆ, ਉਸ ਦੇ ਜ਼ਿੰਮੇਵਾਰ ਨੇ। ਪਰ ਹੁਣ ਹਿੰਸਕ ਪ੍ਰਦਰਸ਼ਨ ਦੇ ਇਲਜ਼ਾਮਾਂ ਦੇ ਵਿੱਚ ਕਲੀਨ ਚਿਟ ਇਹਨਾਂ ਨੂੰ ਦੇ ਦਿੱਤੀ ਗਈ ਹੈ। ਅੱਜ ਅਸੀਂ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਿਆਸੀ ਪਾਰਟੀਆਂ ਕਿਵੇਂ ਸੋਚਦੀਆਂ ਨੇ ਤੇ ਪੁਲਿਸ ਇਸ ਪੂਰੇ ਮਾਮਲੇ ਨੂੰ ਕਿਵੇਂ ਹੈਂਡਲ ਹੁਣ ਕਰ ਰਹੀ ਹੈ। ਤੇ ਮਹਿਮਾਨ ਸਾਡੇ ਨਾਲ ਜੁੜਨਗੇ, ਉਹਨਾਂ ਦੇ ਨਾਲ ਤੁਹਾਡਾ ਤਾਰੁਫ ਕਰਵਾ ਦਈਏ ਤੇ ਅਸੀਂ ਉਹਨਾਂ ਤੋਂ ਸਵਾਲ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਪੂਰੇ ਮਾਮਲੇ ਨੂੰ ਸਮਝਣ ਦੀ ਜ਼ਰੂਰਤ ਵੀ ਹੈ ਕਿ ਵਾਕਈ ਸਿਆਸਤ ਤੋਂ ਪ੍ਰੇਰਿਤ ਤਾਂ ਨਹੀਂ, ਤਾਂ ਦੂਜੇ ਪਾਸੇ ਸਰਕਾਰ ਦਾ ਕੀ ਤਰਕ ਹੈ ਉਹ ਵੀ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ, ਸਾਬਕਾ ਕੈਬਨਿਟ ਮੰਤਰੀ ਨੇ। ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਕੁਝ ਹੀ ਪਲਾਂ ਦੇ ਵਿੱਚ ਐਡਵੋਕੇਟ ਸੁਰਜੀਤ ਸਿੰਘ ਸਵੈਤ ਜੁੜਨਗੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਤੇ ਸਾਡੇ ਨਾਲ ਸਾਬਕਾ ਡੀਆਈਜੀ ਮਾਨ ਸਿੰਘ ਜੀ ਵੀ ਸ਼ਾਮਲ ਹੋਣਗੇ ਇਸ ਚਰਚਾ ਦੇ ਵਿੱਚ। ਅਸੀਂ ਉਹਨਾਂ ਦਾ ਵੀ ਰੁਖ ਕਰਾਂਗੇ। ਪਰ ਪਹਿਲਾਂ ਗਰੇਵਾਲ ਸਾਹਿਬ, ਸ਼ੁਰੂਆਤ ਤੁਹਾਡੇ ਤੋਂ ਹੀ, ਅਕਾਲੀ ਦਲ ਤੋਂ। ਤੁਹਾਡੀ ਸਰਕਾਰ ਸੀ 2015 ਦੇ ਵਿੱਚ ਜਦੋਂ ਇਹ ਪੂਰਾ ਮਾਮਲਾ ਸਾਹਮਣੇ ਆਉਂਦਾ ਹੈ, ਹਿੰਸਕ ਪ੍ਰਦਰਸ਼ਨ ਦੇ ਇਲਜ਼ਾਮ ਲੱਗਦੇ ਨੇ ਤੇ ਹੁਣ ਕਲੀਨ ਚਿਟ ਦਿੱਤੀ ਗਈ ਹੈ ਟੋਟਲ 23 ਲੋਕਾਂ ਨੂੰ ਉਸ ਪੂਰੇ ਮਾਮਲੇ ਦੇ ਵਿੱਚ। ਤੁਸੀਂ ਇਹਨਾਂ ਮਾਮਲਿਆਂ ਨੂੰ, ਇਸ ਕਲੀਨ ਚਿਟ ਨੂੰ ਅਕਾਲੀ ਦਲ ਕਿਵੇਂ ਦੇਖ ਰਿਹਾ ਹੈ ਗਰੇਵਾਲ ਸਾਹਿਬ? ਦੇਖੋ, ਜਿਹੜਾ ਉੱਥੇ ਬੜੀਆਂ ਅਣਸੁਖਾਵਣੀਆਂ ਘਟਨਾਵਾਂ ਹੋਈਆਂ, ਕੋਟਕਪੂਰੇ ਗੋਲੀ ਚੱਲੀ, ਬਾਈਬਲ ਕਲਾਂ ਗੋਲੀ ਨਾਲ 2 ਸਿੰਘਾਂ ਦੀ ਜਾਨ ਗਈ, ਉੱਥੇ ਪਰਚਾ ਇੱਕ ਕ੍ਰਾਸ ਪਰਚਾ ਵੀ ਹੋਇਆ ਸੀ ਜਿਹਦੇ ਵਿੱਚ 47 ਪੁਲਿਸ ਵਾਲਿਆਂ ਨੂੰ ਵੀ ਸੱਟਾਂ ਲੱਗੀਆਂ ਤੇ 3-4 ਨੂੰ ਬੜੀਆਂ ਗੰਭੀਰ ਲੱਗੀਆਂ। ਉਸ ਪਰਚੇ ਵਿੱਚ ਇਹਨਾਂ ਵਿਅਕਤੀਆਂ ਦੇ ਸਾਰਿਆਂ ਦੇ ਨਾਂ ਸੀਗੇ ਦਿੱਤੇ ਹੋਏ। ਇਹ ਅੱਜ ਤੁਹਾਡੇ ਰਾਹੀਂ, ਤੁਹਾਡੇ ਚੈਨਲ ਰਾਹੀਂ ਇਹ ਪਤਾ ਲੱਗਿਆ ਕਿ ਇਹ ਕਲੀਨ ਚਿਟ ਦਿੱਤੀ ਹੈ। ਦੇਖੋ, ਮੈਂ ਇੱਕ ਗੱਲ ਪਹਿਲਾਂ ਵੀ ਕਹਿਣਾ ਤੇ ਮੈਂ ਅੱਜ ਵੀ ਉਸ ਗੱਲ ਨੂੰ ਰਿਪੀਟ ਕਰਦਾ ਹੈਗਾ। ਅੱਜ ਇਹ ਬੜਾ ਵੱਡਾ ਦੁਖਾਂਤ ਹੈ ਕਿ ਜਿਹੜਾ ਗੋਲੀ ਕਾਂਡ ਹੋਇਆ ਜਾਂ ਗੁਰੂ ਸਾਹਿਬ ਦੀ ਬੇਦਬੀ ਹੋਈ, ਉਹ ਇੱਕ ਰਾਜਨੀਤਿਕ ਅਖਾੜਾ ਬਣ ਕੇ ਰਹਿ ਗਿਆ ਤੇ ਲੋਕ ਉਹਦੇ ਤੋਂ ਰਾਜਨੀਤੀ ਖੇਡਣ ਕਰਨ ਲੱਗ ਪਏ।
ਮੈਂ ਇੱਕ ਗੱਲ ਸਮਝਦਾ, ਕਿਸੇ ਨੂੰ ਵੀ ਇਹ ਸਿੱਟ ਦੇਈ ਚੱਲੇ, ਕਲੀਨ ਚਿੱਟ ਕਿਸੇ ਨੂੰ ਦੋਸ਼ੀ ਚੱਲੇ, ਇਹ ਸਿੱਟ ਨੂੰ ਇੱਕ ਗੱਲ ਸਪਸ਼ਟ ਦੱਸਣੀ ਪਊਗੀ ਕਿ ਜਿਹੜੇ ਉਹ ਉੱਥੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਸੱਟਾਂ ਵੱਜੀਆਂ ਜਿਹਦੇ ਕਰਕੇ ਨਾਮਜ਼ਦ ਕੀਤੇ, ਇਹਨਾਂ ਦਾ ਚਲੋ ਨਹੀਂ ਰੋਲ ਠੀਕ ਆ, ਉਹਨਾਂ ਨੇ ਕਰਤਾ ਸਿੱਟ, ਉਹ ਦੋਸ਼ੀ ਕੌਣ ਨੇ? ਕੌਣ ਨੇ ਉਹ ਦੋਸ਼ੀ? ਦੇਖੋ ਗੱਲ ਅੱਜ ਪਤਾ ਪ੍ਰੋਬਲਮ ਕੀ ਹੈ ਭਾਈ ਸਾਹਿਬ, ਇਹਦੇ ਚ ਪ੍ਰੋਬਲਮ ਇਹ ਹੈ ਕਿ ਗੁਰੂ ਸਾਹਿਬ ਨੂੰ ਖਿਡੌਣਾ ਬਣਾ ਕੇ ਲੋਕ ਖੇਡਣ ਲੱਗੇ ਹੋਏ ਨੇ, ਗੁਰੂ ਸਾਹਿਬ ਦਾ ਨਾਮ ਵਰਤ ਕੇ ਰਾਜਨੀਤੀ ਕਰਨ ਲੱਗੇ ਹੋਏ ਨੇ। ਮੈਂ ਕਹਿੰਦਾ ਕਰੋ, ਤੁਹਾਡੀ ਤਬਦੀਸ਼ ਕਹਿੰਦੀ ਹੈ ਛੱਡੋ, ਅਸੀਂ ਨਹੀਂ ਕਹਿੰਦੇ ਕਿਸੇ ਬੇਗੁਨਾਹ ਨੂੰ, ਕਿਉਂਕਿ ਕਾਨੂੰਨ ਇਹ ਕਹਿੰਦਾ ਹੈ ਕਿ 99 ਗੁਨਾਹਗਾਰ ਛੁੱਟ ਜਾਣੇ ਚਾਹੀਦੇ, ਇੱਕ ਬੇਗੁਨਾਹ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਇਸ ਚ ਮੈਂ ਅੱਜ ਸਵਾਲ ਤੁਹਾਡੇ ਚੈਨਲ ਰਾਹੀਂ ਮੈਂ ਇੱਕੋ ਹੀ ਗੱਲ ਕਰਦਾ ਹੈਗਾ ਕਿ ਇਹ ਕ੍ਰਾਸ ਪਰਚਾ ਹੈ। ਕ੍ਰਾਸ ਪਰਚੇ ਦੇ ਜਿਹੜੇ ਦੋਸ਼ੀ ਆ 3 ਸਾਲ ਵਿੱਚ ਇਹ ਸਰਕਾਰ ਨੂੰ ਉਹ ਨਹੀਂ ਲੱਭੇ, ਕੌਣ ਸੀ? ਚਲੋ ਇਹਨਾਂ ਨੇ ਗਰੇਵਾਲ ਸਾਹਿਬ ਤੁਸੀਂ ਮਤਲਬ ਐਸਆਈਟੀ ਦੀ ਇਨਵੈਸਟੀਗੇਸ਼ਨ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰ ਰਹੇ ਹੋ ਇਸ ਪੂਰੇ ਮਾਮਲੇ ਦੇ ਵਿੱਚ। ਦੇਖੋ ਐਸਆਈਟੀ ਨਾਨ ਜੁਡੀਸ਼ੀਅਸ ਤਰੀਕੇ ਨਾਲ ਚੱਲ ਰਹੀ ਹੈ, ਟੋਟਲ ਪੋਲੀਟੀਕਲ ਵੈਂਡੇਟਾ ਤੇ ਪੋਲੀਟੀਕਲ ਐਂਗਲ ਤੋਂ ਚੱਲ ਰਹੀ ਹੈ। ਇਹ ਅੱਜ ਜੋ ਪੰਜਾਬ ਦਾ ਮਾਹੌਲ ਉੱਥੇ ਅੰਮ੍ਰਿਤਸਰ ਡਿਸਟ੍ਰਿਕਟ ਤੇ ਤਰਨਤਾਰਨ ਡਿਸਟ੍ਰਿਕਟ ਵਿੱਚ ਸ਼ਰਾਬ ਤੋਂ ਬਾਅਦ ਹੋਇਆ, ਇਹ ਸਾਰੇ ਫੈਸਲੇ ਉੱਥੋਂ ਨਿਗਾਹ ਹਟਾ ਕੇ ਇਹਨੂੰ ਡਾਇਵਰਟ ਕਰਨ ਲਈ ਕੀਤੇ ਜਾ ਰਹੇ ਨੇ। ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਹਿ ਦੇਣੀ ਚਾਹੁੰਦਾ ਹੈਗਾ ਕਿ ਇਸ ਗੱਲ ਨੂੰ ਅੱਜ ਲੋਕ ਚੰਗੀ ਤਰ੍ਹਾਂ ਸਮਝਦੇ ਨੇ ਕਿ ਮੈਨੂੰ ਇੱਕ ਗੱਲ ਦੱਸੋ, ਰਣਬੀਰ ਸਿੰਘ ਖੱਟੜਾ ਨੇ 7 ਬੰਦੇ ਫੜੇ, 7 ਬੰਦੇ ਫੜ ਲਏ, 2 ਦਿਨਾਂ 'ਚ ਫੜ ਲਏ, 2 ਦਿਨਾਂ 'ਚ ਚਲਾਨ ਪੇਸ਼ ਕਰਤਾ, ਤੇ ਇਹ ਚਲਾਨ ਜਿਹਦੇ ਵਿੱਚ ਅੱਜ ਤਬਦੀਸ਼ ਕਰਕੇ ਸਿੱਟ 23 ਬੰਦਿਆਂ ਨੂੰ ਕੱਢ ਰਹੀ ਹੈ, ਇਹਨਾਂ 'ਚ ਦੋਸ਼ੀਆਂ ਨੂੰ ਵੀ ਨਾਮਜ਼ਦ ਕਰਨਾ। ਦੇਖੋ ਜਦ ਇਹ ਹਾਈ ਕੋਰਟ 'ਚ ਰਿਟ ਪਾਈ ਹੋਈ ਹੈ ਕਿਸੇ ਪੁਲਿਸ ਵਾਲੇ ਨੇ, ਜੋ ਮੈਂ ਦੇਖੋ ਇਹਦੇ 'ਚ ਮੇਰੀ ਜ਼ਾਤੀ ਨੌਲੇਜ ਲਿਮਟਿਡ ਹੈ, ਪਰ ਇਹਦੇ ਵਿੱਚ ਜਿਹੜੀਆਂ ਵੀਡੀਓ ਆਈਆਂ ਸੀਗੀਆਂ ਜਾਂ ਜਿਹੜੇ ਅਖਬਾਰਾਂ ਦੀ ਆ ਉਹਨਾਂ ਤੇ ਮੇਰੀ ਨੌਲੇਜ ਆਧਾਰਿਤ ਹੈ। ਮੈਂ ਤਾਂ ਇੱਕੋ ਗੱਲ ਕਹਿਣਾ ਹੈ ਕਿ ਇਹ ਦੱਸੇ ਪੁਲਿਸ ਕਿ ਉਹ ਜਿਹੜੇ 47 ਪੁਲਿਸ ਵਾਲੇ ਜ਼ਖਮੀ ਹੋਏ, ਜਿਨ੍ਹਾਂ 'ਚੋਂ 3 ਨੂੰ ਨੌਕਰੀ ਛੱਡਣੀ ਪਈ ਕਿਉਂਕਿ ਪਰਮਾਨੈਂਟ ਹੈਂਡੀਕੈਪ ਹੋ ਗਏ, ਉਹਨਾਂ ਨੇ ਉਹ ਸੈਲਫ ਇਨਫਲਿਕਟਡ ਇੰਜਰੀਆਂ ਕਿ ਉਹਨਾਂ ਤੇ ਕਿਸੇ ਨੇ ਮਾਰੀਆਂ, ਤੇ ਉਹਨਾਂ ਦੇ ਦੋਸ਼ੀ ਕੌਣ ਨੇ? ਦੇਖੋ ਅੱਜ ਪ੍ਰੋਬਲਮ ਇਹ ਆ ਰਹੀ ਹੈ ਕਿ ਜਿਹੜੇ ਲੋਕਾਂ ਦੇ ਉੱਥੇ ਅੱਗ ਲਾਈ ਸੀਗੀ ਉਹਨਾਂ ਨੂੰ ਤੁਸੀਂ ਕਹਿਤਾ ਕਿ ਨਹੀਂ ਚਲੋ ਨਾ ਸਹੀ, ਪੁਲਿਸ ਕੋਲ ਨਹੀਂ ਸਬੂਤ ਹੈਗੇ, ਬਿਲਕੁਲ ਠੀਕ ਆ, ਅਸੀਂ ਉਸ ਗੱਲ ਤੇ ਕੋਈ ਇਤਰਾਜ਼ ਨਹੀਂ, ਪਰ ਰਾਜਨੀਤੀ ਨਾ ਖੇਡੋ, ਤੁਸੀਂ ਛੱਡ ਜਿਹਨੂੰ ਮਰਜ਼ੀ ਦਿਓ, ਫੜੋ ਤਾਂ ਸਹੀ ਕਿਸੇ ਨੂੰ ਨਹੀਂ। ਹਾਂਜੀ ਪੁੱਛੋ ਗਰੇਵਾਲ ਸਾਹਿਬ, ਕਾਂਗਰਸ ਦੇ ਸਾਡੇ ਨਾਲ ਲੀਡਰ ਜੁੜ ਰਹੇ ਨੇ, ਮੈਂ ਉਹਨਾਂ ਦੇ ਤੋਂ ਵੀ ਇਹ ਸਵਾਲ ਕਰਾਂਗਾ, ਪਰ ਮੈਂ ਇੱਕ ਚੀਜ਼ ਸਮਝਣੀ ਚਾਹੁੰਦਾ ਤੁਹਾਡੇ ਤੋਂ। ਦੇਖੋ ਜਦੋਂ ਕਲੀਨ ਚਿੱਟ ਦੇ ਦਿੱਤੀ ਤਾਂ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਸ਼ਾਂਤਮਈ ਹੀ ਧਰਨਾ ਸੀ ਉੱਥੇ, ਚਾਹੇ ਉਹ ਕੋਟਪੁਰਾ ਦੇ ਵਿੱਚ ਸੀ ਜਾਂ ਬਾਈਬਲ ਕਲਾਂ ਸੀ। ਕੋਟਪੁਰਾ ਦੇ ਵਿੱਚ ਇਹ ਜਿਹੜੇ ਢੱਡਰੀਆਂ ਵਾਲੇ ਅਤੇ ਮਾਂਝੀ ਪਹੁੰਚੇ ਹੋਏ ਸੀ, ਤਾਂ ਤੁਹਾਨੂੰ ਲੱਗਦਾ ਹੈ ਕਿ ਉੱਥੇ ਧਰਨਾ ਸ਼ਾਂਤਮਈ ਨਹੀਂ ਸੀ, ਉਹ ਹਿੰਸਕ ਪ੍ਰਦਰਸ਼ਨ ਸੀ, ਬੇਸ਼ੱਕ ਇਹਦੇ ਵਿੱਚੋਂ ਨਾਮ ਕੱਢ ਦਿੱਤੇ? ਦੇਖੋ ਇੱਕ ਗੱਲ 'ਚ ਕੋਈ ਡਿਨਾਈਲ ਨਹੀਂ ਕੋਈ ਕਰ ਸਕਦਾ ਕਿ ਵੀਡੀਓ ਵਾਇਰਲ ਹੋਈਆਂ, ਉੱਥੇ ਬੱਸਾਂ ਨੂੰ ਵੀ ਅੱਗਾਂ ਲੱਗੀਆਂ ਜੀ, ਉੱਥੇ ਗੋਲੀਆਂ ਵੀ ਚੱਲੀਆਂ, ਉੱਥੇ 2 ਸਿੰਘ ਸ਼ਹੀਦ ਹੋਏ, 47 ਪੁਲਿਸ ਵਾਲੇ ਵੀ ਜ਼ਖਮੀ ਹੋਏ, ਤੇ ਇਹ ਸੱਚ ਤਾਂ ਲੱਭਣਾ ਪਊ ਨਾ ਜੀ, ਸੱਚ ਲੱਭਣਾ ਪਊਗਾ। ਨਹੀਂ ਦੇਖੋ ਤਸਵੀਰਾਂ ਤਾਂ ਮੈਂ ਵੀ ਦਿਖਾ ਰਿਹਾ, ਜਿਹੜੀਆਂ 2015 ਦੀਆਂ ਤਸਵੀਰਾਂ ਅਸੀਂ ਵੀ ਆਪਣੀ ਸਕਰੀਨ ਤੇ ਦਿਖਾ ਰਹੇ ਹਾਂ, ਪਰ ਸਵਾਲ ਇਸ ਦੇ ਵਿੱਚ ਇਹ ਵੀ ਹੈ ਕਿਉਂਕਿ ਸਿੱਖ ਸੰਗਤ ਕਹਿੰਦੀ ਹੈ ਜਿਹੜੀ ਉੱਥੇ ਮੌਜੂਦ ਸੀ ਕਿ ਸ਼ਾਂਤਮਈ ਸਭ ਕੁਝ ਚੱਲ ਰਿਹਾ ਸੀ, ਪੁਲਿਸ ਨੇ ਕਾਰਵਾਈ ਕੀਤੀ, ਉਸ ਤੋਂ ਬਾਅਦ ਇਹ ਸਾਰੀਆਂ ਤਸਵੀਰਾਂ, ਇਹ ਪੂਰਾ ਉੱਥੇ ਮਾਹੌਲ ਬਣਿਆ ਤੇ ਪੂਰਾ ਮਾਮਲਾ ਹਿੰਸਕ ਪ੍ਰਦਰਸ਼ਨ ਦਾ ਸੀ। ਜੇ ਹੁਣ ਹਿੰਸਕ ਪ੍ਰਦਰਸ਼ਨ ਵਾਲੇ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਗਈ ਇਹਨਾਂ 23 ਲੋਕਾਂ ਨੂੰ, ਤਾਂ ਇਹ ਤਾਂ ਮਤਲਬ ਹੋਇਆ ਕਿ ਸ਼ਾਂਤਮਈ ਧਰਨਾ, ਐਸਆਈਟੀ ਮੰਨ ਰਹੀ ਹੈ ਕਿ ਧਰਨਾ ਸ਼ਾਂਤਮਈ ਸੀ ਤੇ ਉੱਥੇ ਜਾ ਕੇ ਪੁਲਿਸ ਨੇ ਐਕਸ਼ਨ ਕੀਤਾ, ਇਹ ਤਾਂ ਮਤਲਬ ਤਾਂ ਹੀ ਕੱਢਿਆ ਜਾਏਗਾ। ਗਰੇਵਾਲ ਸਾਹਿਬ ਜੇ ਐਸ ਸਿੱਟ ਨੂੰ ਆ ਤੁਹਾਡੀਆਂ ਜਿਹੜੀਆਂ ਵੀਡੀਓ ਤੁਸੀਂ ਸ਼ੋਅ 'ਚ ਨਾਲ ਦਿਖਾ ਰਹੇ ਹੋ, ਜੇ ਉਹਨਾਂ ਨੂੰ ਇਹਨਾਂ ਦੀ ਕੋਈ ਐਕਸਪਲੇਨੇਸ਼ਨ ਹੈਗੀ ਆ ਤਾਂ ਉਹ ਦੱਸ ਦੇਣ ਕੀ ਆ। ਦੇਖੋ ਮੈਂ ਇੱਕ ਗੱਲ ਬੜੀ ਸਪਸ਼ਟ ਕਹਿਣੀ ਚਾਹੁੰਦਾ ਹੈਗਾ, ਇਹ ਹਮੇਸ਼ਾ ਸੱਚ ਤੇ ਆਧਾਰਿਤ ਚਾਹੀਦੀ ਆ ਜਿਹੜੀ ਤਬਦੀਸ਼, ਕਿਉਂਕਿ ਤਬਦੀਸ਼ ਵਾਲੇ ਲਈ ਤਬਦੀਸ਼ੀਆ ਬੜਾ ਇਮਾਨਦਾਰ ਸੋਚ ਦਾ ਮਾਲਕ ਹੋਣਾ ਚਾਹੀਦਾ ਹੈ। ਜੇ ਤਬਦੀਸ਼ੀਆ ਪੋਲੀਟੀਕਲ ਵੈਂਡੇਟਾ ਲੈ ਕੇ, ਪੋਲੀਟੀਕਲ ਏਜੰਡਾ ਲੈ ਕੇ ਮਨ ਵਿੱਚ ਕੋਈ ਵੀ ਤਬਦੀਸ਼ ਕਰੂਗਾ, ਉਹ ਤਬਦੀਸ਼ ਕਦੇ ਵੀ ਇਮਾਨਦਾਰ ਤਬਦੀਸ਼ ਨਹੀਂ ਹੋ ਸਕਦੀ, ਉਹਦੇ ਨਤੀਜੇ ਕਦੇ ਸਹੀ ਨਹੀਂ ਹੋ ਸਕਦੇ। ਮੈਂ ਫੇਰ ਵੀ ਤੁਹਾਨੂੰ ਦੁਹਰਾਉਣਾ, ਮੈਨੂੰ ਇਸ ਗੱਲ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਹਿ ਸਕਦਾ ਸਾਨੂੰ ਕੋਈ ਇਤਰਾਜ਼ ਨਹੀਂ, ਉਹਨਾਂ ਨੇ ਸੰਤ ਢੰਡਰੀਆਂ ਵਾਲੇ ਵੀ ਕੱਢੇ, ਉਹਨਾਂ ਨੇ ਮਾਂਝੀ ਜੀ ਵੀ ਕੱਢੇ, ਜੇ ਉਹਨਾਂ ਦਾ ਹੋ ਸਕਦਾ ਉਸ ਕਰਾਊਡ 'ਚ ਨਾ ਕੋਈ ਰੋਲ ਹੋਵੇ, ਪਰ ਉਹ ਕਰਾਊਡ 'ਚ ਰੋਲ ਕਿਹਨਾਂ ਦਾ ਹੈ ਜੀ? ਆਫਟਰ ਆਲ ਦੇਖੋ ਮੈਨੂੰ ਇਹ ਪਤਾ ਹੈ ਕਿ ਪੁਲਿਸ ਵਾਲਿਆਂ ਨੇ ਕੁਛ ਨੇ ਰਿਟ ਪਾਈ ਹੋਈ ਹੈ,
ਕਿ ਸਾਡਾ ਜਿਹੜਾ ਸਾਡੇ ਤੇ ਅਟੈਕ ਹੋਣ ਦਾ ਪਰਚਾ ਹੈਗਾ ਉਹਦੀ ਤਫਤੀਸ਼ ਵੀ ਕੀਤੀ ਜਾਵੇ। ਉਹ ਦੋਸ਼ੀ ਤਾਂ ਨਾਮਜ਼ਦ ਕੋਈ ਕਰਨੇ ਚਾਹੀਦੇ ਆ। ਇਹੀ ਕਹਿ ਦੇਣ ਕਿ ਪੁਲਿਸ ਵਾਲਿਆਂ ਨੇ ਆਪਸ 'ਚ ਲੜ ਕੇ ਮਾਰ ਲਿਆ, ਪਤਾ ਤਾਂ ਲੱਗੇ ਲੋਕਾਂ ਨੂੰ ਕੀ ਹੋਇਆ ਕੀ ਆ ਉੱਥੇ। ਦੇਖੋ ਆ ਤੁਸੀਂ ਵਿੱਚੋਂ ਦਿਖਾ ਰਹੇ ਹੋ ਵਾਇਲੈਂਟ ਚੱਲ ਰਹੀਆਂ ਨੇ ਸਾਰੀਆਂ। ਇਸ ਕਰਕੇ ਮੈਂ ਇਸ ਗੱਲ ਨੂੰ ਦੁਬਾਰਾ ਫੇਰ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕਿਰਪਾ ਕਰੋ, ਪੰਜਾਬ ਬਹੁਤ ਸੰਤਾਪ ਭੁਗਤ ਚੁੱਕਾ ਹੈ। ਪੰਜਾਬ ਵਿੱਚ ਪਹਿਲਾਂ ਅੱਤਵਾਦ ਨੇ ਮਾਰੀ ਰੱਖਿਆ, ਫਿਰ ਤੁਸੀਂ ਬਾਹਰਲੀਆਂ ਸ਼ਕਤੀਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹੋ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਅੱਗ ਲਾ ਕੇ। ਤੇ ਅਫਸੋਸ ਇਹ ਹੈ ਕਿ ਸਭ ਤੋਂ ਬਦਕਿਸਮਤੀ ਇਹ ਹੈ ਕਿ ਗਿਣਤੀ ਵਿੱਚ ਸਭ ਤੋਂ ਘੱਟ ਵੋਟ ਗਿਣਤੀ ਵਾਲੀ ਕਮਿਊਨਿਟੀ ਵਿੱਚ ਇਸ ਤਰ੍ਹਾਂ ਦੇ ਪਾੜੇ ਖੜੇ ਕਰਕੇ ਪੰਜਾਬ ਦੀ ਬਹੁਤ ਕੁਰਬਾਨੀਆਂ ਤੋਂ ਬਾਅਦ ਖੱਟੀ ਗਈ ਇਹ ਅਮਨ ਸ਼ਾਂਤੀ ਨੂੰ ਅੱਗ ਲਾਉਣਾ ਚਾਹੁੰਦੇ ਆ, ਜਿਹੜੀ ਇਹਨਾਂ ਨੂੰ ਕਿਰਪਾ ਕਰਕੇ ਨਹੀਂ ਕਰਨੀ ਚਾਹੀਦੀ। ਗਰੇਵਾਲ ਸਾਹਿਬ, ਮੈਂ ਉਸੇ ਪੁਆਇੰਟ ਤੇ ਫਿਰ ਦੁਬਾਰਾ ਆਣਾ। ਮੈਂ ਕਾਂਗਰਸ ਦੇ ਸਾਡੇ ਨਾਲ ਬੁਲਾਰੇ ਜੁੜਨਗੇ, ਉਹਨਾਂ ਤੋਂ ਵੀ ਜਾਣਾਂਗਾ, ਪਰ ਮੈਂ ਦੁਬਾਰਾ ਉਸ ਪੁਆਇੰਟ ਦੇ ਉੱਤੇ ਆਵਾਂ ਕਿ ਅੱਜ ਵੀ 2015 ਵਾਲਾ ਸਟੈਂਡ ਹੈ। ਮਤਲਬ ਇਹੀ ਹੈ ਕਿ ਸ਼ਾਂਤਮਈ ਧਰਨਾ ਨਹੀਂ ਸੀ, ਉੱਥੇ ਹਿੰਸਕ ਪ੍ਰਦਰਸ਼ਨ ਹੋਇਆ ਸੀ, ਉਸ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਦੋ ਚੀਜ਼ਾਂ ਵੱਖ-ਵੱਖ ਨੇ, ਦੋਨਾਂ ਨੂੰ ਰਲਾਉਣਾ ਨਾ। ਜਿਹੜਾ ਤਾਂ ਕੋਟਕਪੂਰਾ ਗੋਲੀकांड ਹੈ, ਕੋਟਕਪੂਰਾ ਗੋਲੀकांड ਦਾ ਜੀ ਐਸਡੀਐਮ ਦਾ 5 ਆਰਡਰ ਨੇ ਫਾਈਲ ਤੇ, 5 ਆਰਡਰ ਵਾਰ-ਵਾਰ ਆਰਡਰ ਨੇ ਕਿ ਵਾਇਲੈਂਟ ਹੋ ਰਹੇ ਨੇ, ਰੋਕ, ਲਾਠੀ ਚਾਰਜ ਕੀਤੀ ਜਾਵੇ, ਟੀਅਰ ਗੈਸ ਕੀਤੀ ਜਾਵੇ, ਜਿੱਥੇ ਇੱਕ ਬੰਦਾ ਇੰਜਰਡ ਹੋਇਆ ਜਿਹਦੇ ਪੱਟ 'ਚ ਗੋਲੀ ਵੱਜੀ ਹੈ। ਜਿਹੜਾ ਬਹਿਬਲ ਕਲਾਂ ਵਾਲਾ ਹੈਗਾ, ਬਹਿਬਲ ਕਲਾਂ ਵਾਲੇ ਵਿੱਚ ਜਿਹੜਾ ਹੈਗਾ ਇਹ ਡਿਫਰੈਂਟ ਸਟੋਰੀ ਹੈ। ਦੋ ਥਾਵਾਂ ਦੇ ਡਿਫਰੈਂਟ ਇਨਸੀਡੈਂਟ ਹੈ, ਦੋਹਾਂ ਦੇ ਡਿਫਰੈਂਟ ਫੈਕਟ ਨੇ। ਬਿਲਕੁਲ। ਪਰ ਅਫਸੋਸ ਇਹ ਹੈ ਕਿ ਸਿੱਟ ਇਹਨਾਂ ਨੂੰ ਰਲਾ ਕੇ ਕਾਲਾ ਮਾਲਾ ਕਰਕੇ ਇਹਨਾਂ ਦੇ ਵਿੱਚ ਤਬਦੀਸ਼ ਵਿੱਚ ਸਹੀ ਦੋਸ਼ੀ ਪਛਾਣਨ ਦੀ ਥਾਂ ਰਾਜਨੀਤੀ ਕਰ ਰਹੀ ਹੈ। ਠੀਕ ਹੈ, ਮੈਂ ਗਰੇਵਾਲ ਸਾਹਿਬ ਤੁਹਾਡੇ ਕੋਲ ਵਾਪਸ ਆਵਾਂਗਾ। ਸਾਡੇ ਨਾਲ ਸੁਰਜੀਤ ਸਿੰਘ ਸਵੈਜ ਜੀ ਜੁੜ ਚੁੱਕੇ ਨੇ, ਕਾਂਗਰਸ ਦੇ ਰਿਪਰੈਜ਼ੈਂਟੇਟਿਵ ਨੇ, ਕਾਂਗਰਸ ਨੂੰ ਰਿਪਰੈਜ਼ੈਂਟੇਟਿਵ ਕਰ ਰਹੇ ਨੇ। ਸਵੈਜ ਸਾਹਿਬ, ਮੈਂ ਸਮਝਣਾ ਚਾਹੁੰਦਾ ਤੁਹਾਡੇ ਤੋਂ ਜੋ ਇਲਜ਼ਾਮ ਇਸ ਸਮੇਂ ਅਕਾਲੀ ਦਲ ਲਗਾ ਰਿਹਾ ਹੈ, ਉਹ ਕਹਿ ਰਿਹਾ ਕਿ ਐਸਆਈਟੀ ਕੰਮ ਕਰ ਰਹੀ ਹੈ, ਠੀਕ ਹੈ, ਪਰ ਜਿਹੜੇ 47 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸੀ 2015 ਚ, ਉਹ ਕਿਵੇਂ ਹੋ ਗਏ? ਜੇ ਉਹ ਹਿੰਸਕ ਪ੍ਰਦਰਸ਼ਨ ਕਰਨ ਵਾਲਿਆਂ ਦੇ ਉੱਤੇ ਜਿਨ੍ਹਾਂ ਤੇ ਪਰਚੇ ਸੀ ਉਹਨਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਜਾ ਰਹੀਆਂ ਨੇ, ਕਿਵੇਂ 47 ਪੁਲਿਸ ਮੁਲਾਜ਼ਮ ਜ਼ਖਮੀ ਹੋਏ? ਇਹ ਸਰਕਾਰ ਵੀ ਜਵਾਬ ਦੇਵੇ ਤੇ ਉਹਨਾਂ ਦੀ ਐਸਆਈਟੀ ਵੀ ਜਵਾਬ ਦੇਵੇ, ਜੇਕਰ ਹਿੰਸਕ ਪ੍ਰਦਰਸ਼ਨ ਵਾਲਿਆਂ ਨੂੰ ਤੁਸੀਂ ਕਲੀਨ ਚਿੱਟ ਫੜਾਈ ਹੈ। ਇਹਦਾ ਮਤਲਬ ਗਰੇਵਾਲ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਇਹ ਕਹਿਣਾ ਚਾਹੁੰਦਾ ਹੈ ਕਿ ਜੋ ਝੂਠੀ ਕਹਾਣੀ ਬਣਾਈ ਗਈ ਸੀ, ਝੂਠੇ ਸਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜੇ ਸ਼ਾਂਤਮਈ ਪ੍ਰੋਟੈਸਟਰ ਉੱਥੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ, ਤੋ ਉਹਨਾਂ ਨੂੰ ਮਤਲਬ ਸਾਰਾ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸ਼ਰਮ ਆਉਣੀ ਚਾਹੀਦੀ ਹੈ ਅਕਾਲੀ ਦਲ ਨੂੰ ਇਦਾਂ ਦੀਆਂ ਗੱਲਾਂ ਕਰਦਿਆਂ ਨੂੰ। ਇੰਨੀ ਨਿਰਪੱਖਤਾ ਨਾਲ ਜਿਹੜੀ ਹੈਗੀ ਹੈ ਜਾਂਚ ਹੋ ਰਹੀ ਹੈ, ਹੋਈ ਹੈ, ਹੁਣ ਚਲਾਨ ਕੀਤਾ ਹੈ, ਤੇ ਇਹ ਅਜੇ ਵੀ ਦੇਖੋ ਸਿਆਸਤ ਤੋਂ ਪ੍ਰੇਰਿਤ ਹੈ, ਸਿਆਸਤ ਤੋਂ ਪ੍ਰੇਰਿਤ ਉਹ ਕਹਿ ਰਹੇ ਬਿਲਕੁਲ ਸਿਆਸਤ ਤੋਂ ਪ੍ਰੇਰਿਤ ਹੈ। ਸ਼੍ਰੋਮਣੀ ਅਕਾਲੀ ਦਲ ਸਿਆਸਤ ਕਰ ਰਿਹਾ ਬਾਰ-ਬਾਰ, ਪਹਿਲਾਂ ਵੀ ਇਹਨਾਂ ਨੇ ਸਿਆਸਤ ਕੀਤੀ ਹੈਗੀ ਹੈ। ਕਲੀਨ ਚਿੱਟ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਨੇ ਸਵੈਚ ਸਾਹਿਬ, ਕਲੀਨ ਚਿੱਟ ਨੂੰ ਕਲੀਨ ਚਿੱਟ ਫੜਾ ਕੇ ਉਹ ਸਿਆਸਤ ਤੋਂ ਪ੍ਰੇਰਿਤ ਹੈ। ਨਹੀਂ ਜੀ, ਇਹ ਜਿਹੜੀ ਹੁਣ ਇਹ ਤਫਤੀਸ਼ ਹੋਈ ਹੈ ਬਿਲਕੁਲ ਨਿਰਪੱਖ ਤੌਰ ਤੇ ਹੋਈ ਹੈ। ਇਹ ਜੇ ਅਗਰ ਇਹਨਾਂ ਨੂੰ ਕੋਈ ਇਹਦੇ ਤੇ ਇਤਰਾਜ਼ ਹੈਗਾ ਕੋਰਟ ਦੇ ਜਾਈ ਆ ਕੇ ਆਪਣੇ ਚਾਰਜ ਕਰ ਸਕਦੇ ਨੇ, ਲੇਕਿਨ ਇਹਨਾਂ ਦਾ ਕਹਿਣਾ, ਇਹ ਬਿਆਨ ਦੇਣਾ ਕਿ ਦੇਖੋ ਜੀ ਪੁਲਿਸ ਵਾਲੇ ਜਿਹੜੇ 47 ਸੀਗੇ ਉਹਨਾਂ ਤੇ ਜੋ ਅਟੈਕ ਹੋਇਆ ਸੀ, ਦੈਟ ਮੀਨਸ ਇਹ ਅੱਜ ਵੀ ਉਸੇ ਸਟੈਂਡ ਤੇ ਕਾਇਮ ਨੇ ਕਿ ਇਹਨਾਂ ਨੇ ਜੋ ਹੈਗਾ, ਜੋ ਪੁਲਿਸ ਵਾਲੇ ਨੇ ਝੂਠੀ ਕਹਾਣੀ ਬਣਾਈ ਸੀਗੀ, ਉਹ ਝੂਠੀ ਕਹਾਣੀ ਨੂੰ ਅਕਾਲੀ ਦਲ ਸਪੋਰਟ ਕਰ ਰਿਹਾ। ਗਰੇਵਾਲ ਸਾਹਿਬ ਤੁਸੀਂ ਤਾਂ ਦੇਖੋ ਵਕੀਲ ਹੋ, ਇੰਨੇ ਸਿਆਣੇ ਬੰਦੇ ਹੋ, ਅਕਾਲੀ ਦਲ ਨੂੰ ਇਹ ਗੱਲਾਂ ਨਹੀਂ ਸੌਂਪਦੀਆਂ ਜੀ, ਕੋਈ ਪਾਇਦਾਰ ਗੱਲ ਕਰਨੀ ਚਾਹੀਦੀ ਹੈਗੀ ਹੈ। ਠੀਕ ਹੈ, ਮੈਂ ਸਵੈਚ ਸਾਹਿਬ ਤੋਂ ਰਿਐਕਸ਼ਨ ਲਵਾਂਗਾ। ਮੈਂ ਇੱਕ ਕਲੀਅਰ ਕਰ ਦਵਾਂ, ਜਾਂ ਤਾਂ ਐਸਆਈਟੀ ਇਹ ਵੀ ਕਲੀਅਰ ਕਰੇ ਕਿ 47 ਪੁਲਿਸ ਵਾਲੇ ਜ਼ਖਮੀ ਹੋਏ ਸੀ ਜਾਂ ਨਹੀਂ ਹੋਏ ਸੀ, ਉਹ ਵੀ ਫਿਗਰ ਦੱਸ ਦੇਵੇ। ਹੁਣ ਅਕਾਲੀ ਦਲ ਜੋ ਇਲਜ਼ਾਮ ਲਗਾਉਂਦਾ ਹੈ, ਐਸਆਈਟੀ ਉਹ ਵੀ ਦੱਸ ਦੇ ਕਿ 47 ਪੁਲਿਸ ਵਾਲੇ ਜ਼ਖਮੀ ਹੋਏ ਵੀ ਸੀ ਜਾਂ ਨਹੀਂ ਹੋਏ ਸੀ। ਗਰੇਵਾਲ ਸਾਹਿਬ ਨੂੰ ਪਤਾ ਹੈ ਇਸ ਗੱਲ ਦਾ, ਜੋ ਚਲਾਨ ਫਾਈਲ ਹੁੰਦਾ ਹੈ ਉਹ ਲੰਬਾ ਚੌੜਾ ਡਾਕੂਮੈਂਟ ਹੁੰਦਾ ਹੈ। ਸਾਰੀ ਤਫਤੀਸ਼ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਦੇ ਵਿੱਚ ਜਿੰਨੇ ਕੋਈ ਲੋਕਾਂ ਦੇ ਬਿਆਨ ਹੋਏ, ਗਵਾਹਾਂ ਦੇ ਹੋਏ, ਹੋਰ ਹੋਏ, ਸਾਰਾ ਪਾਰਟ ਹੈਗਾ। ਜਦੋਂ ਸਾਰਾ ਇਹ ਚਲਾਨ ਪੜ੍ਹਨਗੇ ਇਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਜੋ ਵੀ ਹੋਇਆ ਬਿਲਕੁਲ ਸਹੀ ਹੋਇਆ, ਇਹ ਬਿਲਕੁਲ ਨਿਰਪੱਖ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ। ਠੀਕ ਹੈ ਗਰੇਵਾਲ ਸਾਹਿਬ, ਤੁਹਾਡਾ ਰਿਐਕਸ਼ਨ ਚਾਹਾਂਗਾ। ਕੋਈ ਸਿਆਸਤ ਤੋਂ ਬਿਲਕੁਲ ਨਿਰਪੱਖ ਜਾਂਚ ਹੋਈ ਹੈ, ਕਾਂਗਰਸ ਇਹ ਕਹਿ ਰਹੀ ਹੈ।
ਦੇਖੋ ਮੈਂ ਪਹਿਲਾਂ ਵੀ ਕਿਹਾ, ਮੇਰੇ ਖਿਆਲ ਜਾਂ ਤਾਂ ਸਰਦਾਰ ਸਵੈਚ ਨੇ ਮੇਰੀ ਗੱਲ ਸੁਣੀ ਨਹੀਂ ਗਈ, ਜਾਂ ਇਹਨਾਂ ਨੂੰ ਆਪਣਾ ਸੁਭਾਅ ਕਿ ਇਹਨਾਂ ਨੇ ਅਕਾਲੀਆਂ ਦਲ ਦੇ ਉਲਟ ਬੋਲਣਾ, ਫੋਬੀਆ ਅਕਾਲੀ ਦਲ ਦਾ। ਮੈਂ ਇੱਕੋ ਗੱਲ ਕਹੀ ਹੈ, ਮੈਂ ਕਿਹਾ ਕਿਸੇ ਨੂੰ ਕਲੀਨ ਚਿੱਟ ਦੇਵੇ ਸਿੱਟ, ਸਾਨੂੰ ਉਹ 'ਤੇ ਕੋਈ ਇਤਰਾਜ਼ ਨਹੀਂ। ਸਿੱਟ ਨੇ ਦੇਖਣਾ ਉਹਨਾਂ ਦੇ ਸਾਹਮਣੇ ਐਵੀਡੈਂਸ ਕੀ ਆਇਆ। ਮੈਂ ਤਾਂ ਨਾਲ ਇਹ ਗੱਲ ਕਹੀ ਹੈ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਰਾਜਨੀਤੀ ਤੋਂ ਪ੍ਰੇਰਿਤ ਆ, ਇਹ ਇਨਸਾਫ ਨਹੀਂ ਦੇ ਰਹੀ। ਦੇਖੋ ਗੱਲ ਇਹ ਹੈ, ਬਿਲਕੁਲ ਸਪਸ਼ਟ ਹੈ, ਪਰਚਾ ਕੈਂਸਲ ਕਰ ਦੇਣ ਜੇ ਉਹਨਾਂ ਕੋਲ ਸਬੂਤ ਹੈ ਕਿ ਇਹ ਜਿਹੜੇ ਹੈਗੇ ਪੁਲਿਸ ਵਾਲਿਆਂ ਤੇ ਫਿਰ ਐਕਸ਼ਨ ਲੈਣ। ਜਿਹੜੇ ਪੁਲਿਸ ਵਾਲਿਆਂ ਨੇ ਸੱਟਾਂ ਮਾਰੀਆਂ ਨੇ, ਜ਼ਖਮੀ ਦਿਖਾਏ ਨੇ, ਉਹ ਪੁਲਿਸ ਦੇ ਉਹਨਾਂ ਚੋਂ 3-4 ਤੋਂ ਬਿਨਾਂ ਬਾਕੀ ਅੱਜ ਵੀ ਮੁਲਾਜ਼ਮ ਹੈ, ਉਹਨਾਂ ਤੇ ਐਕਸ਼ਨ ਲੈਣ ਕਿ ਤੁਸੀਂ ਜਾਲੀ ਕੰਮ ਕਿਉਂ ਕੀਤਾ। ਲੋਕਾਂ ਦੇ ਸਾਹਮਣੇ ਦੇਖੋ, ਸੱਚ ਤਾਂ ਆਵੇ ਨਾ। ਦੇਖੋ ਜਾਂ ਤਾਂ ਗਰੇਵਾਲ ਸਾਹਿਬ ਜੋ ਸਵੈਚ ਜੀ ਕਹਿ ਰਹੇ ਨੇ ਕਿ 2015 ਵਾਲੀ ਕਹਾਣੀ ਨੂੰ ਹੀ ਅੱਜ ਵੀ ਅਕਾਲੀ ਦਲ ਠੀਕ ਦੱਸ ਰਿਹਾ ਹੈ। ਦੇਖੋ ਮਤਲਬ ਇਹੀ ਕੱਢਿਆ ਜਾਵੇ ਕਿ ਤੁਸੀਂ ਕਹਿ ਰਹੇ ਹੋ 2015 ਚ ਹਿੰਸਕ ਪ੍ਰਦਰਸ਼ਨ ਸੀ, ਪੁਲਿਸ ਨੇ ਐਕਸ਼ਨ ਕੀਤਾ। ਨਹੀਂ, ਇੱਕ ਸੁਣੋ ਗੱਲ, ਮੇਰੀ ਗੱਲ ਸੁਣੋ। ਮੈਂ ਤੁਹਾਨੂੰ ਫੇਰ ਇੱਥੇ ਗੱਲ ਕਹੀ ਆ, ਫੇਰ ਤੁਸੀਂ ਇਸ ਗੱਲ ਨੂੰ ਮਿਕਸ ਕਰਦੇ ਹੋ। ਮੈਂ ਉਹ ਗੱਲ ਕਹੀ ਆ, ਉਹ ਕੋਟਕਪੂਰੇ ਦਾ ਵਾਕਿਆ, ਮੇਰੀ ਤੁਸੀਂ ਵੀ ਗੱਲ ਨਾ ਮਿਕਸ ਕਰੋ। ਦੋ ਵੱਖ-ਵੱਖ ਥਾਵਾਂ ਨੇ, ਕੋਟਕਪੂਰਾ ਤੇ ਬਰਗਾੜੀ। ਕੋਟਕਪੂਰਾ ਦੀ ਜਦ ਫਾਇਰਿੰਗ ਹੋਈ ਹੈ, ਇਹਨਾਂ ਦੇ ਕੋਟਕਪੂਰਾ ਤੇ ਬੈਬਲ ਕਲਾਂ, ਸਰ ਜੇ ਮੈਂ ਦਰੁਸਤ ਕਰਾਂ ਤਾਂ ਨਹੀਂ ਜੀ, ਉਹ ਦੋ ਇਨਸੀਡੈਂਟ ਨੇ ਜੀ, 15-15 ਮੀਟਰ ਦੇ ਫਰਕ ਤੇ ਨੇ। ਤੁਸੀਂ ਕਿਉਂ ਰਲਾਉਂਦੇ ਹੋ? ਮੈਂ ਅੱਜ ਵੀ ਕਹਿਣਾ ਕਿ ਕੋਟਕਪੂਰੇ ਵਾਲੀ ਫਾਇਰਿੰਗ ਤੇ ਐਸਡੀਐਮ ਕੋਟਕਪੂਰਾ ਦੇ 5 ਆਰਡਰ ਨੇ। ਸਵੈਚ ਸਾਹਿਬ ਪੜ੍ਹ ਲੈਣ। ਪਹਿਲਾਂ ਉਹਨੇ ਲਾਠੀ ਚਾਰਜ ਦਾ ਆਰਡਰ ਦਿੱਤਾ, ਫਿਰ ਉਹਨੇ ਟੀਅਰ ਗੈਸ ਦਾ ਦਿੱਤਾ, ਫਿਰ ਉਹਨੇ ਪਾਣੀ ਦੇ ਕੈਨਨਸ ਦਾ ਦਿੱਤਾ। ਜਦ ਫਿਰ ਉਹਨੇ ਕੁਛ ਨਾ ਹੋਇਆ, ਉਹਦਾ 5ਵਾਂ ਆਰਡਰ 7 ਲਾਈਨ ਦਾ, ਜਿਹਦੇ ਵਿੱਚ ਉਹਨੇ ਕਲੀਅਰ ਲਿਖਿਆ ਕਿ ਹੁਣ ਫਾਇਰਿੰਗ ਕਰਨੀ ਪਊ। ਮੈਂ ਕੋਟਕਪੂਰੇ ਦੀ ਗੱਲ ਕਰ ਰਿਹਾ। ਮੈਂ ਤੁਹਾਨੂੰ ਨਾਲ ਇਹ ਗੱਲ ਕਹੀ ਹੈ ਕਿ ਬਹਿਬਲ ਕਲਾਂ ਦਾ ਇਸ ਤਰ੍ਹਾਂ ਦਾ ਕੋਈ ਆਰਡਰ ਨਹੀਂ ਸੀ ਫਾਇਰਿੰਗ ਦਾ, ਉੱਥੇ ਕੋਈ ਆਰਡਰ ਨਹੀਂ ਸੀ ਫਾਇਰਿੰਗ ਦਾ। ਤੁਸੀਂ ਮੇਰੀ ਗੱਲ ਨੂੰ ਮਿਕਸ ਕਰਦੇ ਹੋ ਨਾ, ਉਹਨੂੰ ਗਲਤ ਨਾ ਪੁੱਟ ਕਰੋ। ਮੈਂ ਜੋ ਕਹਿਣਾ ਚਾਹੁੰਦਾ ਹੈਗਾ ਕਿ ਇਨਫੈਕਟ ਮੈਂ ਇਹ ਵੀ ਕਲੀਅਰ ਕਰ ਦਵਾਂ ਕਿ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਕਿ ਜਿਹੜੇ ਢੱਡਰੀਆਂ ਵਾਲੇ ਜਾਂ ਫਿਰ ਮਾਜੀ ਦੇ ਉੱਤੇ ਮਾਮਲਾ ਸੀ, ਉਹ ਕੋਟਕਪੂਰੇ ਵਾਲਾ ਹੀ ਸੀ। ਕੋਟਕਪੂਰਾ ਵਾਲੇ ਮਾਮਲੇ 'ਚ ਕਲੀਨ ਚਿੱਟ ਦਿੱਤੀ ਗਈ ਹੈ। ਦੇਖੋ, ਕੋਟਕਪੂਰੇ ਵਾਲੇ ਮਾਮਲੇ 'ਚ ਜੇ ਦਿੱਤੀ ਗਈ ਹੈ ਤਾਂ ਕੋਟਕਪੂਰੇ ਵਾਲੀ ਫਾਇਰਿੰਗ ਜਿਹੜੀ ਹੋਈ ਸੀਗੀ, ਉਹ ਸਵੈਚ ਸਾਹਿਬ ਦੀ ਸਰਕਾਰ 'ਚ ਵੀ ਅੱਜ ਉਹ ਅਫਸਰ ਮੌਜੂਦ ਨੇ। ਜਿਹੜਾ ਉਸ ਵੇਲੇ ਉੱਥੇ ਡੀਸੀ ਸੀ, ਜਿਹੜਾ ਉਸ ਵੇਲੇ ਐਸਡੀਐਮ ਸੀ, ਉਹਨਾਂ ਦੇ ਬਿਆਨ ਅੱਜ ਵੀ ਰਿਕਾਰਡ ਦਾ ਹਿੱਸਾ ਨੇ, ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਵੀ, ਪੁਲਿਸ ਦੀ ਇਨਵੈਸਟੀਗੇਸ਼ਨ ਵੇਲੇ ਵੀ, ਕਿ ਉਹ ਐਸਡੀਐਮ ਦੇ ਆਰਡਰ ਤੋਂ ਬਾਅਦ ਫਾਇਰਿੰਗ ਹੋਈ ਹੈ। ਐਂਡ ਉਹਨਾਂ ਨੇ ਕਿਹਾ ਕਿ ਹੁਣ ਵਾਇਲੈਂਟ ਹੋ ਚੁੱਕਾ ਮੌਬ, ਇੱਥੇ ਫਾਇਰਿੰਗ ਤੋਂ ਬਿਨਾਂ ਚਾਰਾ ਕੋਈ ਨਹੀਂ ਗਿਆ। ਜੇ ਇਹ ਗੱਲ ਮੇਰੀ ਕੋਟਕਪੂਰੇ ਬਾਰੇ ਸਵੈਚ ਸਾਹਿਬ ਗਲਤ ਸਾਬਤ ਕਰ ਦੇਣ, ਮੈਂ ਆਪਣੀ ਰਾਜਨੀਤੀ ਤੋਂ ਸੰਨਿਆਸ ਲੈ ਲੂੰਗਾ। ਮੈਂ ਇਹ ਬਰਗਾੜੀ ਬਾਰੇ ਨਹੀਂ ਗੱਲ ਕਹੀ। ਸਵੈਚ ਸਾਹਿਬ ਤੁਹਾਡਾ ਰਿਐਕਸ਼ਨ ਚਾਹਾਂਗੇ। ਮੌਜੂਦਾ ਸਮੇਂ 'ਚ ਅਫਸਰ ਹੈਗੇ ਨੇ, ਮੈਂ ਰਿਐਕਸ਼ਨ ਲੈਣਾ ਸਰ, ਮੈਂ ਗਰੇਵਾਲ ਸਾਹਿਬ ਰਿਐਕਸ਼ਨ ਲੈਣਾ। ਸਵੈਚ ਸਾਹਿਬ ਜੋ ਜ਼ਿਕਰ ਕਰ ਰਹੇ ਨੇ ਗਰੇਵਾਲ ਸਾਹਿਬ, ਕਿ ਤੁਸੀਂ ਦੇਖੋ ਕਿ ਮਾਹੌਲ ਕੀ ਸੀਗਾ, ਕਿ ਉੱਥੇ 5 ਆਰਡਰ ਦਿੱਤੇ ਗਏ ਐਸਡੀਐਮ ਦੇ ਵੱਲੋਂ ਕਿ ਜੇਕਰ ਉਹ ਗਲਤ ਸੀ ਤਾਂ ਕਾਰਵਾਈ ਕਰੋ, ਜੇਕਰ ਉਹ ਸ਼ਾਂਤਮਈ ਧਰਨਾ ਸੀ ਤਾਂ ਫਿਰ ਆਖਿਰ ਹੁਣ ਕਲੀਨ ਚਿੱਟ ਤੋਂ ਬਾਅਦ ਕੀ ਕਾਰਵਾਈ ਦੀ ਉਮੀਦ ਕੀਤੀ ਜਾਵੇ, ਜਾਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ? ਮੈਂ ਇਹੋ ਗੱਲ ਕਹਿਣਾ ਜੀ, ਸ਼੍ਰੋਮਣੀ ਅਕਾਲੀ ਦਲ ਫਸਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਅਜੇ ਵੀ ਉੱਥੇ ਹੀ ਖੜਾ ਹੈ। ਜਦੋਂ ਫਸਿਆ ਨਹੀਂ, ਤੁਸੀਂ ਇਸ ਗੱਲ ਦਾ ਦੱਸੋ। ਐਸਡੀਐਮ ਦੇ ਜਿਹੜੇ ਆਰਡਰ ਆ, ਇਹਨਾਂ ਨੇ ਕਿਹਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਜੱਜ ਹੀ ਨਹੀਂ ਸੀਗਾ, ਉਹ ਜੱਜ ਬਣਨ ਦੇ ਕਾਬਿਲ ਹੀ ਨਹੀਂ ਸੀਗਾ, ਉਹਦੀਆਂ ਡਿਗਰੀਆਂ ਹੀ ਨਹੀਂ ਹੈਗੀਆਂ ਨੇ, ਇਦਾਂ ਦੀਆਂ ਗੱਲਾਂ ਕੀਤੀਆਂ। ਤੇ ਜਦੋਂ ਉਸ ਕੇਸ ਵਿੱਚ ਫਿਰ ਤੁਹਾਡੀ ਵੀ ਸਰਕਾਰ ਨੇ ਇਹੀ ਕਿਹਾ, ਬਾਦਲ ਸਾਹਿਬ ਨੂੰ ਤੇ ਮਜੀਠੀਆ ਸਾਹਿਬ ਨੂੰ। ਤੇ ਹੁਣ ਇਹ ਕਹਿੰਦੇ ਨੇ ਕਿ ਜੋ 2015 ਦੇ ਵਿੱਚ ਜੋ ਵਰਜ਼ਨ, ਦੇਖੋ ਇਹ ਵਰਜ਼ਨ ਹੁੰਦਾ ਹੈ ਜੀ, ਇੱਕ ਕਹਾਣੀ ਹੁੰਦੀ ਹੈ ਕਿ ਜੋ ਕਹਾਣੀ ਬਣਾਈ ਗਈ ਉਦੋਂ ਪੁਲਿਸ ਵੱਲੋਂ ਜੋ ਪਾਏਗੀ ਕਾਰਵਾਈ ਪਾਏਗੀ, ਉਹਨੂੰ ਅਕਾਲੀ ਦਲ ਅੱਜ ਵੀ ਜਾਇਜ਼ ਠਹਿਰਾ ਰਿਹਾ ਹੈ। ਗਰੇਵਾਲ ਸਾਹਿਬ, ਮੈਂ ਦੁਬਾਰਾ ਤੁਹਾਨੂੰ ਫੇਰ ਕਹਿਣਾ ਹੈ ਕਿ ਤੁਸੀਂ ਜੋ ਇਹ ਕਹਿ ਰਹੇ ਹੋ ਕਿ ਪਹਿਲਾਂ ਜੀ ਵਾਰਨਿੰਗ, ਮੇਰੀ ਤਾਂ ਗੱਲ ਦਾ ਜਵਾਬ ਨਹੀਂ ਦਿੰਦੇ। ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ ਸਵੈਚ ਸਾਹਿਬ? ਗੱਲਾਂ ਤੁਹਾਡੀ ਸਰਕਾਰ ਨੇ ਉਸ ਵੇਲੇ ਜਿਹੜੀਆਂ ਕੀਤੀਆਂ ਨੇ, ਨਹੀਂ ਸਵੈਚ ਸਾਹਿਬ ਜਵਾਬ ਪਾਉਣ ਵਾਸਤੇ ਪ੍ਰੋਟੈਸਟਰਸ ਨੇ ਉਹ ਗਲਤ ਨੇ। ਤੁਸੀਂ ਪ੍ਰੋਟੈਸਟਰ ਨੂੰ ਜੋ ਸ਼ਾਂਤਮਈ ਢੰਗ ਨਾਲ ਲੋਕੀ ਮੁਜ਼ਾਹਰੇ ਕਰ ਰਹੇ ਸੀਗੇ, ਜੋ ਵਿਰੋਧ ਕਰ ਰਹੇ ਸੀਗੇ ਸਿੰਘ, ਤੁਸੀਂ ਉਹਨਾਂ ਨੂੰ ਅੱਜ ਵੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਹਨਾਂ ਲੋਕਾਂ ਨੇ, ਉਹਨਾਂ ਸਿੰਘਾਂ ਨੇ ਪੁਲਿਸ ਤੇ ਅਟੈਕ ਕੀਤਾ ਤੇ ਕਾਊਂਟਰ ਅਟੈਕ ਦੇ ਵਿੱਚ ਜਵਾਬੀ ਕਾਰਵਾਈ ਸੀ। ਜਿਹੜਾ ਸਵਾਲ ਹੈ, ਨਹੀਂ ਬਿਲਕੁਲ ਐਸਡੀਐਮ ਨੇ 5 ਆਰਡਰ ਦਿੱਤੇ ਉਸ ਸਮੇਂ, 5 ਆਰਡਰ ਦਿੱਤੇ ਨਹੀਂ, ਉਹ ਕਹਿ ਰਹੇ ਨੇ ਕਿ ਐਸਡੀਐਮ ਨੇ 5 ਆਰਡਰ ਦਿੱਤੇ, ਕਿ ਤੁਸੀਂ ਇਸ ਨੂੰ ਝੁਠਲਾ ਰਹੇ ਹੋ ਕਿ ਨਹੀਂ ਦਿੱਤੇ ਉਸ ਸਮੇਂ ਆਰਡਰ? 5 ਆਰਡਰ ਕੀ ਪਹਿਲਾਂ ਤੁਸੀਂ ਮਨਾਓ ਲਾਠੀ ਚਾਰਜ, ਉਸ ਤੋਂ ਬਾਅਦ ਅੱਗੇ ਅੱਗੇ ਵਧਦਾ ਗਿਆ ਕੰਮ। ਗਰੇਵਾਲ ਸਾਹਿਬ,
ਜੋ ਪੁਲਿਸ ਚਲਾਨ ਹੈਗਾ ਤੁਸੀਂ ਸਾਰਾ ਪੜ੍ਹ ਲਓ, ਪੜ੍ਹ ਕੇ ਸਾਰਾ ਅਗਰ ਉਹਦੇ ਵਿੱਚ ਦੇਖੋ ਜਵਾਬ ਉਹਦੇ ਵਿੱਚ ਨਹੀਂ ਸਾਰਾ ਨਹੀਂ, ਆਪਾਂ ਡਿਬੇਟ ਤੇ ਬੈਠੇ ਆ, ਆਪਾਂ ਡਿਬੇਟ ਤੇ ਹਰ ਇੱਕ ਦਾ ਬੈਠੇ ਆ। ਰੋਲ ਜੋ ਹੈ ਕਿਹੜੇ ਅਫਸਰ ਦਾ ਕੀ ਰੋਲ ਹੈ, ਮੇਰੇ ਕੋਲ ਕਿਵੇਂ ਜਿਹੜੀਆਂ ਘਟਨਾਕ੍ਰਮ ਕਿਵੇਂ ਸਰਦਾਰ ਅਨਫੋਲਡ ਸਾਹਿਬ ਹੋਇਆ ਮੇਰੇ ਉੱਥੇ, ਕੋਲ- ਉਹ ਸਾਰੀ ਮੇਰੇ ਕੋਲ ਡਿਟੇਲ ਰਿਕਾਰਡ ਹੈਗੀ ਦੀ ਸਾਰੇ ਕਾਪੀ ਜ਼ਿੰਮੇਵਾਰੀ ਹੈ। ਫਿਕਸ ਕੀਤੀਆਂ ਗਈਆਂ ਨੇ, ਮੇਰੇ ਕੋਲ ਤੁਸੀਂ ਰਿਕਾਰਡ ਦੀ ਸਾਰਾ ਕਾਪੀ ਪੜ੍ਹ ਹੈ। ਕੇ ਬਿਨਾਂ ਤੁਸੀਂ ਐਦਾਂ ਜਿਹੜੇ ਕਮੈਂਟ ਜਿਹਦੇ ਵਿੱਚ ਕੋਟਕਪੂਰੇ ਦੀ ਫਾਇਰਿੰਗ ਐਸਡੀਐਮ ਦੇ ਆਰਡਰ ਤੋਂ ਬਾਅਦ ਹੋਈ ਹੈ। ਉਹ ਅਕਾਲੀ ਦਲ ਜੋ ਆਪਣਾ ਸਟੈਂਡ ਉਸ ਵੇਲੇ ਸੀਗਾ ਉਹਨੂੰ ਸਟੈਂਡ ਨੂੰ ਕਾਇਮ ਰੱਖਣ ਵਾਸਤੇ ਸਿਰਫ ਜੈਲ ਸ਼ਹਿਰਾਉਣ ਵਾਸਤੇ ਦੁਬਾਰਾ ਨਹੀਂ ਜੋ ਤਫਤੀਸ਼ ਤੁਹਾਡੀ ਕਹਿੰਦੀ ਹੈ ਜੀ ਗੱਲ ਜੋ ਰਿਕਾਰਡ ਸਰਕਾਰ ਦਾ ਕਹਿੰਦਾ ਹੈ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਸਾਰੀਆਂ ਘਟਨਾਕ੍ਰਮ ਹੁਣ ਦੀ ਰਿਪੋਰਟ ਦੇ ਵਿੱਚ ਵੀ ਕਿ ਇਹ ਸਾਰਾ ਜਿਹੜਾ ਹੈਗਾ ਇਹ ਬਿਨਾਂ ਕਿਸੇ ਭੜਕਾਓ ਤੋਂ ਦੇਖੋ ਉਸ ਗੱਲ ਦਾ ਜਵਾਬ ਲਓ ਇਹਨਾਂ ਤੋਂ। ਮੈਂ ਦੇਖੋ ਅੱਗੇ ਜੇ ਇਹਨਾਂ ਨੇ ਬੋਲਣਾ ਪਹਿਲਾਂ ਉਸ ਗੱਲ ਦਾ ਜਵਾਬ ਦੇਣ। ਕੋਈ ਕਿਸੇ ਕਿਸਮ ਠੀਕ ਹੈ ਸਵੈਤ ਸਾਹਿਬ ਇੱਕ ਸੈਕਿੰਡ ਹੋਲਡ ਰੱਖੋ। ਸਵੈਤ ਸਾਹਿਬ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ, ਤੁਸੀਂ ਜਿਹੜਾ ਪੁਆਇੰਟ ਕਹਿ ਰਹੇ ਹੋ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਗਰੇਵਾਲ ਸਾਹਿਬ ਕੁਝ ਕਹਿ ਰਹੇ ਨੇ। ਗਰੇਵਾਲ ਸਾਹਿਬ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਇਸ ਪੂਰੇ ਮਾਮਲੇ 'ਚ? ਉਹ ਕਹਿ ਰਹੇ ਨੇ ਕਿ ਮਾਮਲਾ ਉੱਥੇ ਸ਼ਾਂਤਮਈ ਸੀ, ਧਰਨਾ ਬਿਲਕੁਲ ਸ਼ਾਂਤਮਈ ਸੀ। ਦੇਖੋ ਕੋਟਕਪੂਰੇ ਦੇ ਧਰਨੇ ਤੇ ਫਾਇਰਿੰਗ ਦੇ ਆਰਡਰ ਉਸ ਵੇਲੇ ਦੇ ਐਸਡੀਐਮ ਨੇ ਦਿੱਤੇ ਆ, ਐਸਐਚਓ ਦੀ ਰਿਪੋਰਟ ਤੇ ਦਿੱਤੇ ਆ ਜੀ। ਜੇ ਇਹ ਸਵੈਤ ਸਾਹਿਬ ਕਹਿੰਦੇ ਆ ਕਿ ਉਹ ਆਰਡਰ ਨਹੀਂ ਹੈਗੇ, ਮੈਂ ਇਹਨਾਂ ਨੂੰ ਆਰਡਰ ਦਿਖਾ ਦੂੰ। ਜੇ ਇਹ ਆਰਡਰ ਦਿਖਾ ਦਾਂ ਤਾਂ ਘੱਟੋ ਘੱਟ ਸਵੈਤ ਸਾਹਿਬ ਕਾਂਗਰਸ ਵੱਲੋਂ ਝੂਠ ਬੋਲਣਾ ਹਟ ਜਾਣਗੇ। ਜੇ ਆਰਡਰ ਇਹ ਮੈਨੂੰ ਦਿਖਾ ਦੇਣ ਕਿ ਨਹੀਂ ਆਰਡਰ, ਤਾਂ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲੂੰਗਾ ਕਿ ਮੈਂ ਝੂਠ ਬੋਲਦਾ। ਮੇਰਾ ਤਾਂ ਹੁਣ ਸਵਾਲ ਇਹਨਾਂ ਨੂੰ ਇੱਕੋ ਹੈ, ਮੇਰਾ ਸਵਾਲ ਇੱਕੋ ਹੈ ਰਾਜਨੀਤੀ ਤੋਂ। ਮੇਰਾ ਇੱਕੋ ਸਵਾਲ ਹੈ ਕਿ ਜੇ ਉਹਦੇ ਅਫਸਰ ਦੇ ਆਰਡਰ ਹੈ, ਜੇ ਵਕਤ ਦੀ ਸਰਕਾਰ ਇਹ ਸਮਝਦੀ ਆ ਕਿ ਆਰਡਰ ਗਲਤ ਸੀ, ਉਹ ਐਸਡੀਐਮ ਤੇ ਐਕਸ਼ਨ ਕਿਉਂ ਨਹੀਂ ਲੈ ਰਹੇ? ਸਵੈਤ ਸਾਹਿਬ ਤੁਹਾਡਾ ਰਿਐਕਸ਼ਨ। ਸਵੈਤ ਸਾਹਿਬ ਗਰੇਵਾਲ ਸਾਹਿਬ ਤੁਸੀਂ ਰਾਜਨੀਤੀ ਤੋਂ ਸੰਨਿਆਸ ਲਓ ਜਾਂ ਨਾ ਲਓ, ਇਹ ਤੁਹਾਡਾ ਜਾਤੀ ਹੈਗਾ, ਜਿਹੜਾ ਵਿਚਾਰ ਹੈਗਾ ਜਾਂ ਮਸਲਾ ਹੈਗਾ ਥੋੜਾ ਜਾਤੀ ਹੈਗਾ, ਫੈਸਲਾ ਤੁਹਾਡਾ ਜਾਤੀ ਹੈਗਾ। ਲੇਕਿਨ ਉਸੇ ਜਿਹੜਾ ਗੁਰਦੀਪ ਸਿੰਘ ਪੰਧੇਰ ਐਸਐਚਓ ਨੇ ਜਿਹੜਾ ਪਰਚਾ ਕੀਤਾ ਸੀਗਾ, ਜਿਹੜਾ ਉਸ ਵੇਲੇ ਸ਼ਿਕਾਇਤ ਕਰਤਾ ਸੀਗਾ, ਉਹ ਖੁਦ ਮੁਲਜ਼ਮ ਹੈ। ਤੁਸੀਂ ਕਿੱਥੋਂ ਤੱਕ ਜਾ ਰਹੇ ਹੋ? ਉਹ ਖੁਦ ਜਿਹੜਾ ਸ਼ਿਕਾਇਤ ਕਰਨ ਵਾਲਾ ਜਿਹਦੇ ਸ਼ਿਕਾਇਤ ਤੇ ਪਰਚਾ ਹੋਇਆ ਹੈ। ਨਹੀਂ ਸਵੈਤ ਸਾਹਿਬ ਐਸਡੀਐਮ ਦੇ ਆਰਡਰ ਨੂੰ ਤੁਸੀਂ ਬਿਲਕੁਲ ਟੱਚ ਨਹੀਂ ਕਰ ਰਹੇ। ਮੈਂ ਮੇਰੀ ਗੱਲ ਦਾ ਆਰਡਰ ਕਿੱਥੇ ਹੈ ਕਿ ਨਹੀਂ ਕਿਤੇ? ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ? ਐਸਡੀਐਮ ਦੇ ਆਰਡਰ ਕਿੱਥੇ ਹੈ? ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ? ਮੈਂ ਇਹੀ ਕਹਿਣਾ ਜੀ ਕਿ ਜਿਹੜੀ ਐਸਆਈਟੀ ਬਣੀ ਹੈਗੀ ਹੈ ਕਿ ਜੇ ਐਸਡੀਐਮ ਮੈਂ ਸਵੈਤ ਸਾਹਿਬ ਇੱਕੋ ਸਵਾਲ ਫੇਰ ਸੁਣ ਲਓ ਮੇਰਾ ਫੇਰ ਸਵਾਲ ਸੁਣ ਲਓ ਉਹਦੀ ਘਟਨਾਕ੍ਰਮ ਕਿ ਜੇ ਐਫਆਈਆਰ ਦੇ ਵਿੱਚ ਕਿਹਾ ਨਾ, ਮੇਰਾ ਸਵਾਲ ਫੇਰ ਸੁਣ ਲਓ ਕਿ ਜੇ ਐਸਡੀਐਮ ਦੇ ਆਰਡਰ ਗਲਤ ਨੇ, ਜੇ ਐਸਡੀਐਮ ਦੇ ਆਰਡਰ ਗਲਤ ਨੇ, ਉਹ ਐਸਡੀਐਮ ਨੂੰ ਟੰਗਦੇ ਕਿਉਂ ਨਹੀਂ ਹੈ? ਉਸ ਕੇਸ ਦੇ ਵਿੱਚ ਤੁਸੀਂ ਆ ਗੱਲਾਂ ਕੀ ਕਰਦੇ ਆ? ਤਾਂ ਕਾਗਜ਼ੀ ਕਾਰਵਾਈ ਜਦੋਂ ਮਰਜ਼ੀ ਕਰ ਲਓ। ਕਾਗਜ਼ੀ ਕਾਰਵਾਈ ਕੀ ਇੱਥੇ ਅਸੀਂ ਪਹਿਲਾਂ ਆਰਡਰ ਕੀਤਾ ਸੀ, ਪਹਿਲਾਂ ਕਾਗਜ਼ੀ ਕਾਰਵਾਈ ਹੈਗੀ। ਕਾਗਜ਼ੀ ਕਾਰਵਾਈ ਤੂੰ ਗੱਲ ਸੁਣੋ ਸਰਦਾਰ ਸਾਹਿਬ ਤੁਸੀਂ ਸਰਦਾਰ ਸਾਹਿਬ ਤੁਸੀਂ ਮੇਰੇ ਹੱਥ ਜੋੜ ਕੇ ਬੇਨਤੀ ਹੈ, ਜੇ ਤੁਹਾਡੀ ਸਰਕਾਰ ਹੁੰਦੇ ਤੁਹਾਡੇ ਅਫਸਰ ਕਾਗਜ਼ੀ ਕਾਰਵਾਈ ਗਲਤ ਕਰਦੇ ਹੋ, ਤੁਸੀਂ ਆਪਣਾ ਰਿਐਕਸ਼ਨ ਦੇ ਦਿਓ। ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਗਰੇਵਾਲ ਸਾਹਿਬ ਸਾਡੇ ਕੋਲ ਸਮਾਂ ਖਤਮ ਹੋ ਚੱਲਿਆ। ਮੈਂ ਵਾਈਂਡ ਅਪ ਕਰਨਾ ਇੱਥੇ ਇਸ ਪੂਰੀ ਡਿਬੇਟ ਨੂੰ। ਗਰੇਵਾਲ ਸਾਹਿਬ ਤੁਹਾਡਾ ਆਖਰੀ ਰਿਐਕਸ਼ਨ। ਤੁਸੀਂ ਦੇਖ ਲਓ ਇਹ ਇਹਨਾਂ ਦੀ ਪੁਲਿਸ ਤੇ ਇਹਨਾਂ ਦੇ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਨੇ ਸਵਾਲ ਚੱਕਤਾ ਕਿ ਪੰਜਾਬ ਦੀ ਪੁਲਿਸ ਇਹ ਤਬਦੀਸ਼ ਸਹੀ ਨਹੀਂ ਕਰਦੀ, ਸੀਬੀਆਈ ਨੂੰ ਦਿੱਤੀ ਜਾਵੇ। ਸਵੈਤ ਸਾਹਿਬ ਕਿਹੜੀ ਦੁਨੀਆ 'ਚ ਫਿਰਦੇ ਹੋ? ਤੁਸੀਂ ਕਹਿੰਦੇ ਹੋ ਜੇ ਕਾਗਜ਼ ਗਲਤ ਤਿਆਰ ਕਰ ਲੇ, ਜੇ ਸਰਕਾਰ ਇਸ ਗੱਲ ਤੇ ਦ੍ਰਿੜ ਹੈ ਹੁਣ ਕਿ ਉੱਥੇ ਕੋਟਕਪੂਰੇ ਦੀ ਗੱਲ ਕਰ ਰਿਹਾ ਬਰਗਾੜੀ ਦੀ ਨਹੀਂ, ਫੇਰ ਸੁਣ ਲਓ ਇੱਕ ਮੁੱਦੇ ਨੂੰ ਛੱਡ ਕੇ ਦੂਜੇ ਮੁੱਦੇ ਤੇ ਨਾ ਜਾਓ। ਐਸਡੀਐਮ ਨੂੰ ਟੰਗੋ, ਐਸਡੀਐਮ ਤੇ ਪਰਚਾ ਕਰੋ ਕਿ ਤੂੰ ਫਾਇਰਿੰਗ ਦੇ ਆਰਡਰ ਕਿਉਂ ਦਿੱਤੇ, ਤੁਹਾਡੇ ਰਾਜ 'ਚ ਨੌਕਰੀ ਕਿਵੇਂ ਕਰ ਜੇ, ਡਬਲ ਸਟੈਂਡਰਡ ਕਿਉਂ? ਚਲੋ ਸ਼ੁਕਰੀਆ ਸਰ। ਨਾਲੇ ਤੁਸੀਂ ਨੌਕਰੀ ਰੱਖੋ, ਨਾਲੇ ਕੋ ਗਲਤ ਗਰੇਵਾਲ ਸਾਹਿਬ ਤੁਹਾਨੂੰ ਵਿਚਾਲੇ ਰੋਕ ਰਹੇ ਤੇ ਸਵੈਤ ਸਾਹਿਬ ਤੁਹਾਨੂੰ ਵੀ ਵਿਚਾਲੇ ਰੋਕ ਰਹੇ, ਮਾਫੀ ਚਾਹੂੰਗਾ। ਆਪਣੇ ਕੋਲ ਸਮਾਂ ਇਸ ਚਰਚਾ ਦੇ ਲਈ ਇੰਨਾ ਹੀ ਸੀ। ਸ਼ੁਕਰੀਆ ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮੁੱਦਾ ਬਹੁਤ ਗੰਭੀਰ ਹੈ, ਜਿਵੇਂ ਸ਼ੁਰੂਆਤ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ, ਪਰ ਸਵਾਲ ਤਾਂ ਉੱਠਦੇ ਨੇ ਕਿ ਜੇਕਰ ਹਿੰਸਕ ਪ੍ਰਦਰਸ਼ਨ ਨਹੀਂ ਸੀ ਤਾਂ ਕਲੀਨ ਚਿੱਟ ਤੋਂ ਬਾਅਦ ਤਕਰੀਬਨ ਸਾਫ਼ ਹੋ ਰਿਹਾ, ਤਾਂ ਫਿਰ ਉੱਥੇ ਕਾਰਵਾਈ ਪੁਲਿਸ ਦੀ ਕਿਉਂ ਹੋਈ? ਦੂਜਾ ਸਵਾਲ ਇਹ ਵੀ ਹੈ ਕਿ ਜੇਕਰ ਹਿੰਸਕ ਪ੍ਰਦਰਸ਼ਨ ਨਹੀਂ ਸੀ ਤਾਂ ਜੋ ਅਕਾਲੀ ਦਲ ਇਲਜ਼ਾਮ ਲਗਾ ਰਿਹਾ ਕਿ 47 ਪੁਲਿਸ ਵਾਲੇ ਉੱਥੇ ਇੰਜਰਡ ਹੋ ਗਏ, ਅਸੀਂ ਜ਼ਿਕਰ ਕਰ ਰਹੇ ਹਾਂ 2015 ਦਾ, ਮਤਲਬ 47 ਪੁਲਿਸ ਵਾਲੇ ਜ਼ਖਮੀ ਕਿਵੇਂ ਹੋ ਗਏ? ਤੇ ਸਵਾਲ ਇਹ ਵੀ ਹੈ ਕਿ ਬਾਕੀ ਐਸਡੀਐਮ ਦੇ ਵੱਲੋਂ ਕੋਟਕਪੂਰਾ ਦੇ ਵਿੱਚ ਕੋਈ ਆਦੇਸ਼ ਦਿੱਤੇ ਗਏ? ਕਿਉਂਕਿ ਇਹ ਜ਼ਿਕਰ ਕਰ ਰਹੇ ਨੇ ਗਰੇਵਾਲ ਸਾਹਿਬ ਕਿ 5 ਆਰਡਰ ਆਏ ਨੇ ਇੱਕ ਇੱਕ ਕਰਕੇ,
ਪਹਿਲਾਂ ਕਿਹਾ ਕਿ ਤੁਸੀਂ ਸਖਤੀ ਵਰਤੋ, ਲਾਠੀ ਚਾਰਜ ਕਰੋ। ਇਸ ਤਰ੍ਹਾਂ ਪੰਜਵੇਂ ਆਰਡਰ ਤੇ ਜਾ ਕੇ ਜਿਹੜੇ 5 ਵੱਖ-ਵੱਖ ਆਰਡਰ ਦਿੱਤੇ ਗਏ ਨੇ, ਕਿ ਵਾਕਈ ਉਹ ਦਿੱਤੇ ਗਏ ਜਾਂ ਨਹੀਂ ਦਿੱਤੇ ਗਏ? ਜੇ ਗਲਤ ਦਿੱਤੇ ਗਏ ਤਾਂ ਫਿਰ ਕਾਰਵਾਈ ਕਿਉਂ ਨਹੀਂ ਹੋਈ? ਖੈਰ, ਐਸਆਈਟੀ ਦੇ ਸਾਹਮਣੇ ਵੀ ਬਹੁਤ ਸਾਰੇ ਸਵਾਲ ਨੇ ਤੇ ਪੁਲਿਸ ਤੇ ਸਰਕਾਰ ਦੇ ਸਾਹਮਣੇ ਵੀ ਇਸ ਗੰਭੀਰ ਮੁੱਦੇ ਦੇ ਵਿੱਚ ਬਹੁਤ ਸਾਰੇ ਸਵਾਲ ਨੇ। ਇਸ ਚਰਚਾ ਦੇ ਵਿੱਚ ਇਹ ਨਹੀਂ, ਇੱਕ ਛੋਟੇ ਜਿਹੇ ਵਕਫੇ ਦੇ ਲਈ ਰੁਕ ਰਹੇ ਹਾਂ, ਫੌਰਨ ਹਾਜ਼ਰ ਹੋਵਾਂਗੇ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਹੁਣ ਗੱਲ ਕਰੋਨਾ ਦੀ ਅਸੀਂ ਕਰਾਂਗੇ। ਕਰੋਨਾ ਨੂੰ ਲੈ ਕੇ ਬੇਸ਼ੱਕ ਤੁਹਾਨੂੰ ਲੱਗ ਰਿਹਾ ਹੋਵੇ ਕਿ ਠੀਕ ਹੈ, ਬਹੁਤ ਕੇਸਿਸ ਆ ਰਹੇ ਨੇ ਦੇਸ਼ ਭਰ ਦੇ ਵਿੱਚ ਤੇ ਹੁਣ ਆਮ ਜਿਹੀ ਗੱਲ ਹੋ ਚੁੱਕੀ ਹੈ, ਪਰ ਜੀ ਨਹੀਂ, ਪੰਜਾਬ ਦੇ ਲੋਕਾਂ ਦੇ ਲਈ ਆਮ ਵਰਗੀ ਗੱਲ ਨਹੀਂ ਹੈ। ਤੇ ਉਹ ਦੌਰ ਕਿਹਾ ਜਾ ਰਿਹਾ ਕਰੋਨਾ ਦਾ ਜੋ ਸਭ ਤੋਂ ਖਤਰਨਾਕ ਰੂਪ ਧਾਰ ਸਕਦਾ ਹੈ, ਜੋ ਦਿੱਲੀ, ਮਹਾਰਾਸ਼ਟਰ ਦੇ ਵਿੱਚ ਅਸੀਂ ਦੇਖਿਆ ਹੈ, ਜੋ ਇਟਲੀ, ਅਮਰੀਕਾ ਦੇ ਵਿੱਚ ਅਸੀਂ ਦੇਖਿਆ ਹੈ ਕਿ ਉਹ ਪੰਜਾਬ ਦੇ ਵਿੱਚ ਵੀ ਦੌਰ ਸ਼ੁਰੂ ਹੋ ਚੁੱਕਿਆ ਜਾਂ ਸ਼ੁਰੂ ਹੋ ਸਕਦਾ ਹੈ। ਇਸ ਦੇ ਉੱਤੇ ਹੀ ਹੁਣ ਅਸੀਂ ਚਰਚਾ ਕਰਾਂਗੇ ਤੇ ਤੁਹਾਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਵੈਂਟੀਲੇਟਰ ਕਿੰਨੇ ਨੇ। ਪੰਜਾਬ ਦੇ ਵਿੱਚ ਇਸ ਸਮੇਂ 10,000 ਤੋਂ ਜ਼ਿਆਦਾ ਮਰੀਜ਼ ਨੇ। ਰੋਜ਼ਾਨਾ 1000 ਤੋਂ ਜ਼ਿਆਦਾ ਨਵੇਂ ਮਰੀਜ਼ ਸਾਹਮਣੇ ਆ ਰਹੇ ਨੇ। ਕਰੋਨਾ ਦਾ ਮੈਂ ਜ਼ਿਕਰ ਕਰ ਰਿਹਾ, 41 ਮੌਤਾਂ ਪਿਛਲੇ 24 ਘੰਟੇ 'ਚ, ਉਸ ਤੋਂ ਇੱਕ ਦਿਨ ਪਹਿਲਾਂ 40 ਮੌਤਾਂ 24 ਘੰਟੇ 'ਚ। ਇਹ ਅੰਕੜੇ ਦੱਸਣ ਦੇ ਲਈ ਕਾਫੀ ਨੇ ਕਿ ਸਥਿਤੀ ਬਹੁਤ ਚਿੰਤਾਜਨਕ ਹੈ। ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ, ਪਰ ਇਸ ਸਭ ਦੇ ਵਿਚਾਲੇ ਪੰਜਾਬ ਕੈਬਨਿਟ ਦੀ ਬੈਠਕ ਹੋਈ ਹੈ ਤੇ ਉਸ ਬੈਠਕ ਦੇ ਵਿੱਚ ਕੀ ਫੈਸਲਾ ਲਿਆ ਗਿਆ ਉਹ ਤੁਹਾਨੂੰ ਦੱਸਦੇ ਹਾਂ। ਕਰੋਨਾ ਹੌਟਸਪੌਟ ਜ਼ਿਲ੍ਹਿਆਂ ਦੇ ਵਿੱਚ ਲਾਕਡਾਊਨ ਦੇ ਉੱਤੇ ਸਰਕਾਰ ਵਿਚਾਰ ਕਰ ਰਹੀ ਹੈ। ਵੱਡੀ ਖਬਰ ਅੱਜ ਦੀ ਪੰਜਾਬ ਦੇ ਲੋਕਾਂ ਦੇ ਲਈ, ਲੁਧਿਆਣਾ ਦੇ ਲਈ, ਜਲੰਧਰ ਦੇ ਲਈ, ਅੰਮ੍ਰਿਤਸਰ ਦੇ ਲਈ, ਪਟਿਆਲਾ ਦੇ ਲਈ, ਮੋਹਾਲੀ ਦੇ ਲਈ। ਇਹ ਉਹ ਜ਼ਿਲ੍ਹੇ ਨੇ ਜਿੱਥੇ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਕਰੋਨਾ ਦੇ ਮਾਮਲਿਆਂ ਦੀ ਨਜ਼ਰ ਆ ਰਹੀ ਹੈ। ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ। ਜੀ ਹਾਂ, ਕਰੋਨਾ ਹੌਟਸਪੌਟ ਜ਼ਿਲ੍ਹਿਆਂ ਦੇ ਵਿੱਚ ਸਰਕਾਰ ਮੁੜ ਤੋਂ ਲਾਕਡਾਊਨ ਲਗਾ ਸਕਦੀ ਹੈ, ਉਸ ਦੇ ਉੱਤੇ ਵਿਚਾਰ ਹੋ ਰਿਹਾ ਹੈ। ਕੈਬਨਿਟ ਦੀ ਬੈਠਕ ਦੇ ਵਿੱਚ ਸਖਤ ਕਦਮ ਚੁੱਕਣ ਤੇ ਮੰਥਨ ਕੀਤਾ ਗਿਆ। ਮੁੱਖ ਮੰਤਰੀ ਨੇ ਲਾਕਡਾਊਨ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ। ਵੱਡੀ ਖਬਰ ਹੈ, ਧਿਆਨ ਦਿਓ ਦੁਬਾਰਾ। ਮੁੱਖ ਮੰਤਰੀ ਨੇ ਲਾਕਡਾਊਨ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਤੇ ਕਿਹਾ ਕਿ ਜੇ ਜ਼ਰੂਰਤ ਪਈ ਤਾਂ ਸਖਤ ਕਦਮ ਚੁੱਕੇ ਜਾਣਗੇ। ਮੈਂ ਸਖਤ ਕਦਮ ਚੁੱਕਣ ਦੇ ਖਿਲਾਫ ਨਹੀਂ ਹਾਂ। ਮੁੱਖ ਮੰਤਰੀ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਕਹਿ ਦਿੱਤਾ, ਜੋ ਬਿਆਨ ਜਾਰੀ ਹੋਇਆ ਹੈ ਇਸ ਪੂਰੀ ਕੈਬਨਿਟ ਦੀ ਬੈਠਕ ਤੋਂ ਬਾਅਦ, ਆਰਥਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਨਾ ਕੀਤੇ ਬਿਨਾਂ ਕਦਮ ਚੁੱਕੇ ਜਾਣਗੇ ਜਾਂ ਚੁੱਕਣੇ ਹੋਣਗੇ। ਇਹ ਵੀ ਸਰਕਾਰ ਨੇ ਜ਼ਿਕਰ ਕੀਤਾ ਹੈ। ਮਤਲਬ ਸਿੱਧਾ ਜਾਏ ਕਿ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਨਾ ਹੋਣ ਪਰ ਸਖਤੀ ਕਰ ਦਿੱਤੀ ਜਾਵੇ, ਖਾਸ ਤੌਰ ਤੇ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਬਹੁਤ ਤੇਜ਼ੀ ਦੇ ਨਾਲ ਕਰੋਨਾ ਆਪਣੇ ਪੈਰ ਪਸਾਰ ਰਿਹਾ। ਪਟਿਆਲਾ ਦੇ ਵਿੱਚ, ਲੁਧਿਆਣਾ ਦੇ ਵਿੱਚ ਜਾਂ ਫਿਰ ਜਲੰਧਰ ਦਾ ਅਸੀਂ ਜ਼ਿਕਰ ਕਰਦੇ ਹਾਂ ਉੱਥੇ, ਜਾਂ ਹੋਰ ਜਿਹੜੇ ਜ਼ਿਲ੍ਹੇ ਹੈਗੇ ਨੇ ਉੱਥੇ। ਅੱਜ ਅਸੀਂ ਇਸੇ ਉੱਤੇ ਗੱਲਬਾਤ ਕਰਾਂਗੇ। ਮਹਿਮਾਨ ਸਾਡੇ ਨਾਲ ਜੁੜਨਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਸਮੇਂ ਪੰਜਾਬ ਦੇ ਵਿੱਚ ਕੀ ਮਾਹੌਲ ਹੈ, ਕੀ ਹਾਲਾਤ ਨੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਠੀਕ ਹੈ ਕਰੋਨਾ ਆਮ ਵਰਗਾ ਹੋ ਚੁੱਕਿਆ ਹੈ ਤਾਂ ਇਹ ਪੂਰੀ ਚਰਚਾ ਤੁਸੀਂ ਜ਼ਰੂਰ ਸੁਣਿਓ, ਸਮਝਣ ਦੀ ਕੋਸ਼ਿਸ਼ ਕਰਿਓ ਕਿ ਆਖਿਰ ਵਾਕਈ ਕਿੰਨਾ ਖਤਰਾ ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਹੈਗਾ ਹੈ, ਕਿ ਵਾਕਈ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ ਹੈ। ਕਿਉਂਕਿ ਇਹ ਦੌਰ ਦੇ ਵਿੱਚ ਇਹੀ ਕਿਹਾ ਜਾ ਰਿਹਾ ਕਿ ਜੇ ਹੁਣ ਥੋੜੀ ਜਿਹੀ ਵੀ ਸਾਡੇ ਤੋਂ ਅਣਗਹਿਲੀ ਹੋਈ, ਲਾਪਰਵਾਹੀ ਹੋਈ, ਸਾਡੀ ਨਜ਼ਰ ਹਟੀ ਤਾਂ ਫਿਰ ਦੁਰਘਟਨਾ ਹੋ ਸਕਦੀ ਹੈ, ਯਾਨੀ ਕਿ ਕਰੋਨਾ ਤੁਹਾਨੂੰ ਆਪਣੇ ਕਲਾਵੇ ਦੇ ਵਿੱਚ ਲੈ ਸਕਦਾ ਹੈ। ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ, ਵੱਡੇ ਵੱਡੇ ਮੰਤਰੀ ਕਰੋਨਾ ਪੋਜ਼ਿਟਿਵ ਹੋਏ ਨੇ। ਗੁਰਪ੍ਰੀਤ ਕਾਂਗੜ, ਉਹਨਾਂ ਦੇ ਪਰਿਵਾਰਕ ਮੈਂਬਰ ਦੇ ਕੁਝ ਮੈਂਬਰਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਅਜੈਬ ਸਿੰਘ ਭੱਟੀ ਡਿਪਟੀ ਸਪੀਕਰ ਨੇ, ਮਨਪ੍ਰੀਤ ਯਾਲੀ ਵਿਧਾਇਕ ਨੇ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਇਸੇ ਤਰ੍ਹਾਂ ਲੰਬੀ ਚੌੜੀ ਲਿਸਟ ਬਣਦੀ ਨਜ਼ਰ ਆ ਰਹੀ ਹੈ। ਬਠਿੰਡਾ ਦੇ ਐਸਐਸਪੀ ਵੀ ਕਰੋਨਾ ਪੋਜ਼ਿਟਿਵ ਹੋ ਗਏ ਨੇ। ਇਸ ਕਰਕੇ ਅਸੀਂ ਅਪੀਲ ਇਹੀ ਕਰ ਰਹੇ ਹਾਂ ਕਿ ਤੁਸੀਂ ਸਾਵਧਾਨ ਰਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹਾਲਾਤ ਦੱਸ ਸਕੀਏ ਕਿ ਇਸ ਸਮੇਂ ਕੀ ਹਾਲਾਤ ਨੇ ਸੂਬੇ ਭਰ ਦੇ ਵਿੱਚ। ਸਾਡੇ ਨਾਲ ਜੁੜ ਰਹੇ ਨੇ ਕਾਂਗਰਸ ਤੋਂ ਸੁਰਜੀਤ ਸਿੰਘ ਸਵੈਚ ਜੀ, ਜੋ ਕਿ ਸਥਿਤੀ ਨੂੰ ਅਸੀਂ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਡਾਕਟਰ ਅਤਿਨ ਗੁਪਤਾ ਵੀ ਜੁੜ ਰਹੇ ਨੇ। ਡਾਕਟਰ ਸਾਹਿਬ ਤੋਂ ਅਸੀਂ ਸਮਝਾਂਗੇ, ਕੋਸ਼ਿਸ਼ ਕਰਾਂਗੇ ਕਿ ਆਖਿਰ ਕੀ ਹਾਲਾਤ ਨੇ, ਕਿਵੇਂ ਇਸ ਦੌਰ ਨੂੰ ਸਮਝਿਆ ਜਾਵੇ। ਸਾਡੇ ਨਾਲ ਮੇਰੇ ਸਹਿਯੋਗੀ ਜੁੜ ਰਹੇ ਨੇ ਜਲੰਧਰ ਤੋਂ ਸੁਰਿੰਦਰ ਕੰਬੋਜ, ਤੇ ਸਾਡੇ ਨਾਲ ਮੇਰੇ ਸਹਿਯੋਗੀ ਜੁੜ ਰਹੇ ਨੇ ਲੁਧਿਆਣਾ ਤੋਂ ਜਸਬੀਰ ਬਰਾੜ। ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਮੈਂ ਜਲੰਧਰ ਦਾ ਰੁਖ ਕਰਦਾ ਤੇ ਲੁਧਿਆਣਾ ਦਾ ਰੁਖ ਕਰਾਂਗਾ ਕਿ ਉੱਥੇ ਕੀ ਹਾਲਾਤ ਨੇ। ਸੁਰਿੰਦਰ ਕੰਬੋਜ, ਪਹਿਲਾ ਸਵਾਲ ਤੁਹਾਨੂੰ, ਜਲੰਧਰ ਦੇ ਹਾਲਾਤ ਮੈਂ ਸਮਝਣਾ ਚਾਹੁੰਦਾ ਇਸ ਸਮੇਂ, ਕਿਉਂਕਿ ਕੇਸਿਸ ਤਾਂ ਬਹੁਤ ਜ਼ਿਆਦਾ, ਬਹੁਤ ਤੇਜ਼ ਰਫ਼ਤਾਰੀ ਨਾਲ ਵੱਧ ਰਹੇ ਨੇ। ਬੈੱਡ ਅਵੇਲੇਬਲ ਹੈ, ਮਰੀਜ਼ਾਂ ਨੂੰ ਬੈੱਡ ਮਿਲ ਰਹੇ ਨੇ ਜਾਂ ਨਹੀਂ ਮਿਲ ਰਹੇ? ਵੈਂਟੀਲੇਟਰ ਦੀ ਕੀ ਸਥਿਤੀ ਹੈ ਇਸ ਸਮੇਂ ਜਲੰਧਰ ਜ਼ਿਲ੍ਹੇ ਦੇ ਵਿੱਚ? ਸੁਰਿੰਦਰ
ਜੀ ਬਿਲਕੁਲ ਗੌਰਵ, ਜਿੱਦਾਂ ਕਿ ਮੇਰੀ ਥੋੜੀ ਦੇਰ ਪਹਿਲਾਂ ਹੀ ਸਿਵਲ ਹਸਪੀਟਲ ਦੇ ਜਿਹੜੇ ਡਾਕਟਰ ਹੈਗੇ ਕਸ਼ਮੀਰੀ ਲਾਲ, ਉਹਨਾਂ ਨਾਲ ਗੱਲ ਹੋਈ ਹੈ। ਉਹ ਕਹਿੰਦੇ ਵੀ ਜਿਹੜੇ ਵੈਂਟੀਲੇਟਰ ਸਿਵਲ ਹਸਪੀਟਲ ਦੇ ਵਿੱਚ 12 ਵੈਂਟੀਲੇਟਰ ਹੈਗੇ ਨੇ, 340 ਦੇ ਕਰੀਬ ਜਿਹੜੇ ਬੈੱਡ ਹੈਗੇ ਨੇ ਉੱਥੇ ਲਏ ਗਏ। ਲੈਵਲ 2 ਦੇ ਜਿਹੜੇ ਬੈੱਡ ਹੈਗੇ ਆ ਉਹ ਵੀ 284 ਹੈਗੇ। ਲੈਵਲ 3 ਦੇ ਬੈੱਡ ਆ ਵੀ 56 ਦੇ ਕਰੀਬ ਬੈੱਡ ਹੈਗੇ ਨੇ। ਨਾਲ ਦੀ ਨਾਲ ਜਿਹੜੇ IMA ਹੈਗੀ ਆ ਸੰਸਥਾ ਹੈਗੀ ਆ, ਉਹਦੇ ਵੱਲੋਂ ਵੀ ਸ਼ਾਹਕੋਟ ਦੇ ਵਿੱਚ ਇੱਕ ਸਥਾਈ ਤੌਰ ਤੇ ਇੱਕ ਹਸਪਤਾਲ ਤਿਆਰ ਕੀਤਾ ਗਿਆ, ਉਹਦੇ ਵਿੱਚ ਵੀ ਕਾਫੀ ਬੈੱਡ ਹੈਗੇ ਨੇ। ਤੇ ਨਾਲ ਦੀ ਨਾਲ ਜਿੰਨੇ ਵੀ ਜਲੰਧਰ ਦੇ ਪ੍ਰਾਈਵੇਟ ਹਸਪੀਟਲ ਹੈਗੇ ਉਹਨਾਂ ਨੂੰ ਵੀ ਇਸ ਬਿਮਾਰੀ ਨਾਲ ਨਜਿੱਠਣ ਲਈ ਸਟੈਂਡ ਬਾਈ ਤੇ ਰੱਖਿਆ ਹੋਇਆ ਹੈ। ਤੇ ਗੱਲ ਕਰੀਏ ਕਰੋਨਾ ਦੇ ਮਾਮਲਿਆਂ ਦੀ, ਕਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਜੇ ਹੁਣ ਦੀ ਗੱਲ ਕਰੀਏ ਅੱਜ ਦੇ ਵਿੱਚ 200 ਤੋਂ ਉੱਪਰ ਜਿਹੜੇ ਮਾਮਲਾ ਕਰੋਨਾ ਦੇ ਅੱਜ ਆ ਚੁੱਕੇ ਨੇ। 2 ਦੇ ਕਰੀਬ ਜਿਹੜੀ ਹੈਗੀ ਅੱਜ ਕਰੋਨਾ ਦੇ ਨਾਲ ਡੈਥ ਵੀ ਹੋ ਚੁੱਕੀਆਂ ਨੇ। ਜੇ ਗੱਲ ਕਰੀਏ ਅਸੀਂ ਥੋੜਾ ਜਿਹਾ ਪਿੱਛੇ ਜਾਈਏ, ਅਪ੍ਰੈਲ ਦੇ ਮਹੀਨੇ 'ਚ 60 ਕਰੋਨਾ ਪੋਜ਼ਿਟਿਵ ਮਰੀਜ਼ ਸੀਗੇ ਤੇ 2 ਦੀ ਡੈਥ ਹੋਈ ਸੀ, 7 ਜਣੇ ਰਿਕਵਰ ਹੋਏ ਸੀਗੇ। ਉਸ ਨੂੰ ਲੈ ਕੇ ਹੁਣ ਤੱਕ ਦਾ ਜੇ ਸਫ਼ਰ ਤੈਅ ਕੀਤਾ ਜਿਹੜਾ ਹੈਗਾ ਤੇ 4000 ਤੋਂ ਉੱਪਰ ਜਿਹੜੇ ਮਾਮਲੇ। ਮੈਂ ਸਮਝਣਾ ਚਾਹੁੰਦਾ ਕਿਉਂਕਿ ਇਲਜ਼ਾਮ ਲੱਗਦੇ ਨੇ ਕਿ ਬੈੱਡ ਦੀ ਕਮੀ ਹੈ ਜਾਂ ਕੁਝ ਅਜਿਹਾ, ਕੋਈ ਅਜਿਹੀ ਹਾਲਤ ਇਸ ਸਮੇਂ ਤਾਂ ਨਹੀਂ ਤੁਹਾਨੂੰ ਜਲੰਧਰ ਦੇ ਵਿੱਚ ਨਜ਼ਰ ਆ ਰਹੀ? ਉੱਥੇ ਪ੍ਰਸ਼ਾਸਨ ਕੀ ਕਹਿ ਰਿਹਾ, ਕਿੰਨੇ ਖਾਲੀ ਬੈੱਡ ਹੁਣ ਵੀ ਅਵੇਲੇਬਲ ਨੇ? ਦੇਖੋ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਆ, ਉਹਨਾਂ ਦਾ ਤਾਂ ਕਹਿਣਾ ਹੈਗਾ ਬੈੱਡ ਹੈਗੇ ਆ। ਸਿਵਲ ਹਸਪੀਟਲ ਦਾ ਵੀ ਕਹਿਣਾ ਹੈਗਾ ਸਾਡੇ ਕੋਲ तमाम ਜਿਹੜੇ ਇੰਤਜ਼ਾਮਾਤ ਜਿਹੜੇ ਹੈਗੇ ਪੂਰੇ ਹੈਗੇ ਨੇ। ਪਰ ਜੇ ਕਿਤੇ ਨਾ ਕਿਤੇ ਜਿਹੜੇ ਅੰਦਰੋਂ ਵੀਡੀਓ ਵਾਇਰਲ ਹੋ ਕੇ ਬਾਹਰ ਆਉਂਦੀਆਂ ਨੇ, ਉਹਨਾਂ ਨੂੰ ਦੇਖ ਕੇ ਲੱਗਦਾ ਨਹੀਂ ਹੈਗਾ ਵੀ ਜਿਹੜੇ ਹਸਪਤਾਲ ਜਾਂ ਸਰਕਾਰਾਂ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਉਹ ਪੂਰੇ ਹੈਗੇ ਨੇ। ਇਸ ਤੇ ਕਿਤੇ ਨਾ ਕਿਤੇ ਸਰਕਾਰ ਦੇ ਉੱਤੇ, ਹਸਪਤਾਲ ਦੇ ਉੱਤੇ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ। ਜੀ ਗੌਰਵ। ਠੀਕ ਹੈ, ਮੈਂ ਲੁਧਿਆਣਾ ਦਾ ਰੁਖ ਕਰਦਾ। ਲੁਧਿਆਣਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਹਾਲਾਤ ਤੁਸੀਂ ਕਹਿ ਸਕਦੇ ਹੋ ਕਿ ਵਿਗੜਦੇ ਨਜ਼ਰ ਆ ਰਹੇ ਨੇ। 6000 ਪਲੱਸ ਉੱਥੇ ਮਾਮਲੇ ਨੇ। ਮੇਰੇ ਸਹਿਯੋਗੀ ਜਸਵੀਰ ਬਰਾੜ ਸਾਡੇ ਨਾਲ ਨੇ। ਜਸਵੀਰ, ਸਮਝਣਾ ਚਾਹਾਂਗੇ ਜੇਕਰ ਤੁਸੀਂ ਦੱਸ ਸਕੋਗੇ ਇਸ ਸਮੇਂ ਕੀ ਕੁਝ ਹਾਲਾਤ ਨੇ ਲੁਧਿਆਣਾ ਦੇ, ਉੱਥੇ ਦੇ ਵੈਂਟੀਲੇਟਰਸ, ਬੈੱਡ, ਹਸਪਤਾਲਾਂ ਦੇ ਪ੍ਰਬੰਧ, ਕੀ ਕੁਝ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਲੁਧਿਆਣਾ 'ਚ? ਜੀ ਗੌਰਵ, ਬਿਲਕੁਲ ਜਿਹੜੇ ਲੁਧਿਆਣਾ ਦੇ ਹਾਲਾਤ ਨੇ ਉਹ ਸਭ ਦੇ ਸਾਹਮਣੇ ਹੈ, ਕਿਉਂਕਿ ਲਗਾਤਾਰ ਜਿਹੜੇ ਮਾਮਲੇ ਆ ਉਹਨਾਂ ਦੀ ਗਿਣਤੀ ਲਗਾਤਾਰ ਜਿਹੜੀ ਵੱਧਦੀ ਜਾ ਰਹੀ ਹੈ। ਚਿੰਤਾ ਵਧਾਉਣ ਵਾਲੀ ਹੈ ਉਹ ਸਿਹਤ ਵਿਭਾਗ ਤੇ ਸਰਕਾਰ ਤੇ ਲੋਕਾਂ ਦੀ ਵੀ ਜਿਹੜੀ ਚਿੰਤਾ ਇਹਦੇ ਨਾਲ, ਜਿਸ ਹਿਸਾਬ ਦੇ ਨਾਲ ਮਾਮਲੇ ਜਿਹੜੇ ਆਏ ਦਿਨ ਤੇਜ਼ੀ ਨਾਲ ਵੱਧਦੇ ਜਾ ਰਹੇ ਆ, ਉਹ ਚਿੰਤਾ ਵਧਾਉਣ ਵਾਲੇ ਆ। ਅੱਜ 230 ਮਾਮਲੇ ਜਿਹੜੇ ਸਾਹਮਣੇ ਆਏ ਨੇ, ਜਿਹਦੇ ਨਾਲ ਜਿਹੜਾ ਅੰਕੜਾ ਹੈਗਾ ਉਹ 6823 ਹੋ ਗਿਆ। ਇਸ ਦੇ ਨਾਲ ਹੀ ਜਿਹੜਾ ਮੌਤਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਕੋਵਿਡ ਜਿਹੜੇ 19 ਦੇ ਮਰੀਜ਼ ਸੀਗੇ ਜਿਨ੍ਹਾਂ ਨੇ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਦਮ ਤੋੜਿਆ, ਅੱਜ 13 ਮਰੀਜ਼ਾਂ ਦੀ ਜਿਹੜੀ ਮੌਤ ਦੀ ਪੁਸ਼ਟੀ ਜਿਹੜੀ ਸਿਵਲ ਸਰਜਨ ਲੁਧਿਆਣਾ ਦੇ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਨੇ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਦਮ ਤੋੜਿਆ। ਇਸ ਤੋਂ ਇਲਾਵਾ ਗੌਰਵ, ਜੇ ਬੈੱਡਾਂ ਦੀ ਗੱਲ ਕੀਤੀ ਜਾਵੇ ਤਾਂ ਬੈੱਡਾਂ ਸਿਹਤ ਵਿਭਾਗ ਦੇ ਵੱਲੋਂ ਲਗਾਤਾਰ ਇਹੀ ਕਿਹਾ ਜਾਂਦਾ ਕਿ ਉਹਨਾਂ ਕੋਲੇ ਜਿਹੜੀ ਹੈ ਪੂਰੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਨਾਲ ਜਿਹੜੇ ਪਿਛਲੇ ਦਿਨੀ ਸਾਰੇ ਇੱਕ ਮੀਟਿੰਗ ਵੀ ਕੀਤੀ ਗਈ ਸੀ, ਕਿਉਂਕਿ ਪਿਛਲੇ ਦਿਨੀ ਇੱਕ ਮੁੱਦਾ ਉੱਠਿਆ ਸੀਗਾ ਕਿ ਜਿਹੜੇ ਵੀ ਪ੍ਰਾਈਵੇਟ ਹਸਪਤਾਲ ਆ ਉਹ ਕੋਵਿਡ ਮਰੀਜ਼ਾਂ ਨੂੰ ਨਹੀਂ ਲੈ ਰਹੇ। ਜੇ ਕਿਸੇ ਨੂੰ ਬੁਖਾਰ ਹੈ ਜਾਂ ਥੋੜੀ ਬਹੁਤੀ ਕੋਈ ਦਿੱਕਤ ਆਉਂਦੀ ਹੈ ਤਾਂ ਜਦੋਂ ਉਹ ਹਸਪਤਾਲ ਜਾਂਦਾ ਤਾਂ ਉਹਨੂੰ ਹਸਪਤਾਲ ਤੋਂ ਵਾਪਸ ਮੋੜ ਦਿੱਤਾ ਜਾਂਦਾ ਸੀਗਾ। ਇਸ ਨੂੰ ਲੈ ਕੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਜਿਹੜਾ ਜਿੰਨੇ ਵੀ ਸ਼ਹਿਰ ਦੇ ਵਿੱਚ ਪ੍ਰਾਈਵੇਟ ਵੱਡੇ ਹਸਪਤਾਲ ਹੈ ਜਾਂ ਛੋਟੇ ਕਲੀਨਿਕ ਹੈ ਜਿਨ੍ਹਾਂ ਦੀ ਕੈਪੈਸਿਟੀ ਹੈਗੀ ਆ, ਜਿਨ੍ਹਾਂ ਦੇ ਅੰਦਰ 20 ਜਾਂ 25 ਬੈੱਡ ਹੈ, ਉਹਨਾਂ ਹਸਪਤਾਲਾਂ ਦੇ ਮਾਲਕਾਂ ਦੇ ਨਾਲ ਜਿਹੜੀ ਗੱਲ ਕੀਤੀ ਗਈ ਸੀਗੀ, ਪ੍ਰਬੰਧਕ ਕਮੇਟੀਆਂ ਦੇ ਨਾਲ ਗੱਲ ਕੀਤੀ ਗਈ ਸੀਗੀ ਤੇ ਉਹਨਾਂ ਨੇ ਭਰੋਸਾ ਦਿਵਾਇਆ ਸੀਗਾ ਕਿ ਉਹ ਜਿਹੜੀ ਬੈੱਡਾਂ ਦੀ ਸੰਖਿਆ ਉਹ ਵਧਾਉਣਗੇ। ਇਸ ਤੋਂ ਬਾਅਦ ਜਿਹੜੇ 20 ਤੋਂ 25 ਜਿਹੜੇ ਨਿੱਜੀ ਜਿਹੜੇ ਹਸਪਤਾਲ ਸੀਗੇ, ਮਤਲਬ ਇੱਕ ਦਿੱਕਤ ਲੋਕਾਂ ਨੂੰ ਆ ਰਹੀ ਸੀ, ਉਸ ਤੋਂ ਬਾਅਦ ਇਹ ਪ੍ਰਸ਼ਾਸਨ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਰੁਕ ਕਰਦੇ ਹਾਂ, ਸਾਡੇ ਮਹਿਮਾਨ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਮੈਂ ਕਾਂਗਰਸ ਦੇ ਬੁਲਾਰੇ ਦਾ ਜ਼ਿਕਰ ਕਰਾਂ ਜਾਂ ਉਹਨਾਂ ਦੇ ਵੱਲ ਰੁਕ ਕਰਾਂ, ਪਰ ਪਹਿਲਾਂ ਰੁਕ ਕਰਦੇ ਹਾਂ ਅਸੀਂ ਡਾਕਟਰ ਅਤਿਨ ਗੁਪਤਾ ਦਾ। ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਮੈਂ ਸਮਝਣਾ ਚਾਹੁੰਦਾ, ਜੋ ਮੈਂ ਸ਼ੁਰੂਆਤ ਦੇ ਵਿੱਚ ਲਾਈਨ ਕਹੀ ਕਿ ਵਾਕਈ ਸਮਝਿਆ ਜਾਵੇ ਕਿ ਪੰਜਾਬ 'ਚ ਕੋਵਿਡ ਦਾ ਇਹ ਸਭ ਤੋਂ ਖਤਰਨਾਕ ਦੌਰ, ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਡਾਕਟਰ ਸਾਹਿਬ? ਹਾਂਜੀ ਬਿਲਕੁਲ, ਮੈਂ ਇਸ ਗੱਲ ਨਾਲ, ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਤੇ ਮੈਂ ਇਸ ਗੱਲ ਤੇ ਸਾਰੇ ਲੋਕਾਂ ਨੂੰ ਇੱਕ ਸੰਦੇਸ਼ ਦੇਣਾ ਚਾਹੂੰਗਾ ਤੇ ਅੱਜ ਜ਼ਰੂਰ ਕਹਿਣਾ ਚਾਹੂੰਗਾ ਵੀ ਇਸ ਟਾਈਮ ਕਰੋਨਾ ਦਾ ਕਹਿਰ ਪੂਰੇ ਪੰਜਾਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫੈਲ ਚੁੱਕਿਆ ਹੈ। ਇਸ ਟਾਈਮ ਸਾਰੀਆਂ ਪ੍ਰੀਕਾਸ਼ਨਸ, ਇਸ ਟਾਈਮ ਕੋਈ ਆ ਨਹੀਂ ਵੀ ਸਰਕਾਰ ਨੇ ਕੁਝ ਨਹੀਂ ਕੀਤਾ ਜਾਂ ਸਰਕਾਰ ਕੀ ਕਰੂਗੀ। ਇਸ ਟਾਈਮ ਹਰ ਬੰਦੇ ਦੀ ਆਪਦੀ ਜ਼ਿੰਮੇਵਾਰੀ ਬਣਦੀ ਹੈ ਕਿ ਵੀ ਉਹ ਆਪਦਾ ਧਿਆਨ ਰੱਖੇ, ਮਾਸਕ ਦਾ ਯੂਜ਼ ਕਰੇ, ਸੈਨੀਟਾਈਜੇਸ਼ਨ ਦਾ ਯੂਜ਼ ਕਰੇ ਤੇ ਜੇ ਕੋਈ ਪ੍ਰੋਬਲਮ ਆਂਦੀ ਹੈ ਤਾਂ ਸੈਲਫ ਮੈਡੀਕੇਸ਼ਨ ਨਾ ਕਰਦੇ ਹੋਏ ਇੱਕ ਡਾਕਟਰੀ ਸਲਾਹ ਲਵੇ।
ਹੁਣ ਜੇ ਅਸੀਂ ਆਪਦੇ ਇਲਾਕੇ ਦੀ ਗੱਲ ਕਰੀਏ ਤੇ ਇੱਥੇ ਪ੍ਰਾਈਵੇਟ ਹਸਪੀਟਲ ਅਤੇ ਸਰਕਾਰੀ ਹਸਪਤਾਲ ਦੋਨੋਂ ਹੀ ਜਗ੍ਹਾ ਤੇ ਬਹੁਤ ਪ੍ਰੋਪਰ ਇੰਤਜ਼ਾਮ ਹੈ ਤੇ ਹਰੇਕ ਤਰੀਕੇ ਦੀ ਸੁਵਿਧਾ ਉਪਲਬਧ ਹੈ ਤੇ ਇੱਥੇ ਸਾਰੀ ਚੀਜ਼ਾਂ ਦੀ ਸੁਵਿਧਾਵਾਂ ਸਾਰੀਆਂ ਪ੍ਰੋਵਾਈਡ ਹੋ ਰਹੀਆਂ ਲੈਵਲ 1 ਲੈਵਲ 2 ਕੇਅਰ ਦੋਨੋਂ ਚੀਜ਼ਾਂ ਵਾਸਤੇ ਤੇ ਤਾਂ ਕਿ ਜੋ ਮਰੀਜ਼ ਨੂੰ ਸ਼ੁਰੂਆਤੀ ਬਿਮਾਰੀ ਤੋਂ ਹੀ ਮੋੜ ਦਿੱਤਾ ਜਾਵੇ ਤੇ ਮੋੜ ਪਾ ਦਿੱਤਾ ਜਾਵੇ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਜੋ ਤੁਸੀਂ ਜ਼ਿਕਰ ਕੀਤਾ ਕਿ ਸਭ ਤੋਂ ਖਤਰਨਾਕ ਦੌਰ ਦੇ ਵਿੱਚ ਪੰਜਾਬ ਹੁਣ ਐਂਟਰ ਕਰ ਰਿਹਾ ਹੈ, ਜਿਸ ਰਫ਼ਤਾਰ ਦੇ ਨਾਲ ਮਾਮਲੇ ਸਾਹਮਣੇ ਆ ਰਹੇ ਨੇ, ਪਰ ਅਸੀਂ ਸੜਕਾਂ ਤੇ ਬਾਜ਼ਾਰਾਂ ਦੇ ਵਿੱਚ ਜਾਂ ਕਹੀਏ ਕਿ ਜਿਹੜੀਆਂ ਵੱਡੀਆਂ ਮਾਰਕੀਟਸ ਨੇ ਉੱਥੇ ਵੀ ਅਸੀਂ ਦੇਖ ਰਹੇ ਹਾਂ ਕਿ ਡਰ ਤਾਂ ਲੋਕਾਂ ਦੇ ਅੰਦਰੋਂ ਖਤਮ ਹੋਇਆ ਹੈ ਕਿ ਵਾਕਈ ਇੱਕ ਪੋਜ਼ਿਟਿਵ ਸਾਈਨ ਹੈ ਜਾਂ ਇਸ ਨੂੰ ਕਹੀਏ ਕਿ ਇਹ ਜ਼ਰੂਰ ਚਿੰਤਾ ਨੂੰ ਵਧਾਉਣ ਵਾਲਾ। ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਸਾਡੇ ਨਾਲ ਕਾਂਗਰਸ ਦੇ ਬੁਲਾਰੇ ਜੁੜੇ ਹੋਏ ਨੇ। ਸਵੈਤ ਸਾਹਿਬ, ਕੀ ਇੰਤਜ਼ਾਮ ਨੇ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ। ਮੇਰੇ ਕੋਲ ਕੁਝ ਫਿਗਰਸ ਨੇ ਜੋ ਤੁਹਾਡੇ ਸਿਹਤ ਵਿਭਾਗ ਦੇ ਵੱਲੋਂ ਸਾਡੇ ਕੋਲ ਪਹੁੰਚਾਈਆਂ ਗਈਆਂ ਨੇ। ਜਦੋਂ ਇਹ ਪੂਰਾ ਕਰੋਨਾ ਦਾ ਸ਼ੁਰੂ ਹੋਇਆ ਉਸ ਸਮੇਂ ਜਿਹੜੇ ਸਾਡੇ ਕੋਲ ਵੈਂਟੀਲੇਟਰ ਸੀ ਉਹਨਾਂ ਦੀ ਤਾਦਾਦ ਦੇ ਨਾਲੋਂ ਹੁਣ ਬਹੁਤ ਵਧਾ ਦਿੱਤੇ ਗਏ ਨੇ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। 96 ਸੀ, ਹੁਣ 600 ਹੋ ਗਏ ਨੇ। ਪਰ ਬਹੁਤ ਸਾਰੇ ਐਸੇ ਜ਼ਿਲ੍ਹੇ ਨੇ ਜਿੱਥੇ ਵੈਂਟੀਲੇਟਰਸ ਬਹੁਤ ਘੱਟ ਹੈ ਜਾਂ ਬੈੱਡ ਬਹੁਤ ਘੱਟ ਹੈ। ਕਿਵੇਂ ਸਰਕਾਰ ਸੋਚ ਰਹੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ, ਜਿਵੇਂ ਕਿ ਫਾਜ਼ਿਲਕਾ 'ਚ 1 ਵੈਂਟੀਲੇਟਰ ਹੈ, ਸਵੈਤ ਸਾਹਿਬ ਸੁਣਦੇ ਰਹੋ, ਬਠਿੰਡਾ ਦੇ ਵਿੱਚ 1 ਵੈਂਟੀਲੇਟਰ ਹੈ, ਫਰੀਦਕੋਟ 'ਚ 38 ਨੇ, ਉੱਥੇ ਹੋਰ ਵੀ ਜ਼ਿਲ੍ਹਿਆਂ ਦੇ ਪੇਸ਼ੈਂਟਸ ਆਉਂਦੇ ਨੇ, ਅੰਮ੍ਰਿਤਸਰ 'ਚ 30 ਵੈਂਟੀਲੇਟਰ ਨੇ, ਗੁਰਦਾਸਪੁਰ ਦੇ ਵਿੱਚ 6 ਵੈਂਟੀਲੇਟਰ ਨੇ, ਫਤਿਹਗੜ੍ਹ ਸਾਹਿਬ ਜ਼ਿਲ੍ਹਾ ਅਜਿਹਾ 1 ਵੀ ਵੈਂਟੀਲੇਟਰ ਨਹੀਂ ਹੈ। ਸਵੈਤ ਸਾਹਿਬ ਸਮਝਣਾ ਚਾਹੁੰਦਾ ਕਿ ਕਿਵੇਂ ਸਰਕਾਰ ਪੂਰੀ ਰੂਪਰੇਖਾ ਤਿਆਰ ਕਰ ਰਹੀ ਹੈ। ਇਹ ਦਿਨ ਜਿਹੜੇ ਹੁਣ ਆ ਗਏ ਨੇ, ਇਸ ਤੋਂ ਵੀ ਅੱਗੇ ਹੋਰ ਕੰਡੀਸ਼ਨ ਖਰਾਬ ਹੋਣ ਦਾ ਸਾਨੂੰ ਡਰ ਸਤਾ ਰਿਹਾ, ਹਰ ਕਿਸੇ ਨੂੰ ਵੀ, ਸਰਕਾਰ ਨੂੰ ਵੀ। ਇਨਫੈਕਟ ਕਿਵੇਂ ਪੂਰੀ ਸਿਚੁਏਸ਼ਨ ਨੂੰ ਸਰਕਾਰ ਦੇਖ ਰਹੀ ਹੈ, ਕੀ ਕੁਝ ਤਿਆਰੀਆਂ ਤੁਹਾਡੀਆਂ? ਗੌਰਵ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ, ਦੇਖੋ ਗਵਰਨਮੈਂਟ ਆਪਣੇ ਲੈਵਲ ਤੇ, ਸਰਕਾਰ ਆਪਣੇ ਲੈਵਲ ਤੇ ਜੋ ਸਾਨੂੰ ਸਮਾਂ ਮਿਲਿਆ ਹੈ, ਇਹ ਮਾਰਚ ਤੋਂ ਸ਼ੁਰੂ ਹੋ ਕੇ ਹੁਣ ਤੱਕ ਲੋਕਡਾਊਨ ਸੀ, ਪਹਿਲਾਂ ਫਿਰ ਖੁੱਲ੍ਹ ਗਿਆ ਹੌਲੀ ਹੌਲੀ। ਇਸ ਸਮੇਂ ਦੌਰਾਨ ਅਸੀਂ ਸਰਕਾਰ ਨੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਕਿ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਹਸਪਤਾਲਾਂ ਨੂੰ, ਪ੍ਰਾਈਵੇਟ ਸਰਕਾਰ ਦੇ ਹਸਪਤਾਲ ਜਿਹੜੇ ਹੈਗੇ ਆ, ਉਹਨਾਂ ਨੂੰ ਹੈਗਾ ਤਿਆਰੀ ਕੀਤੀ ਜਾਵੇ, ਕਿਉਂਕਿ ਇਹ ਤਾਂ ਮਾਹਰਾਂ ਵੱਲੋਂ ਆ ਰਿਹਾ ਸੀ ਨਾ ਜੀ ਕਿ ਇਹਦਾ ਜਿਹੜਾ ਫੈਲਾਅ ਹੈਗਾ ਬਿਮਾਰੀ ਦਾ, ਜੋ ਬੜੀ ਭਿਆਨਕ ਬਿਮਾਰੀ ਹੈਗੀ ਹੈ, ਇਹਦਾ ਅਜੇ ਪੀਕ ਜਿਹੜਾ ਹੈਗਾ, ਟੌਪ ਜਿਹੜੀ ਪੋਜੀਸ਼ਨ ਹੈ, ਉਹ ਅਜੇ ਆਉਣੀ ਬਾਕੀ ਹੈਗੀ ਹੈ। ਤੇ ਆਪਾਂ ਫੈਲਾਅ ਨੂੰ, ਸਰਕਾਰ ਦਾ ਬੇਸਿਕ ਮਕਸਦ ਪੂਰੇ ਹਿੰਦੁਸਤਾਨ ਲੈਵਲ ਤੇ, ਪੰਜਾਬ 'ਚ ਵੀ, ਕਿ ਕਿਸੇ ਨੂੰ ਸਲੋ ਡਾਊਨ ਕੀਤਾ ਜਾਵੇ। ਲੇਕਿਨ ਕਿਉਂਕਿ ਹੁਣ ਸਥਿਤੀ ਇਹ ਹੈਗੀ ਹੈ ਕਿ ਕਈ ਕਾਰਨ ਨੇ, ਇਹ ਜਿਹੜਾ ਫੈਲਾਅ ਇੱਕਦਮ ਵੱਧ ਗਿਆ ਹੈ। ਇਹਦਾ ਪਹਿਲੀ ਗੱਲ ਤਾਂ ਲੋਕਾਂ ਦਾ ਡਰ, ਦੂਜੀ ਗੱਲ ਇਹ ਹੈਗੀ ਹੈ ਕਿ ਜੋ ਮਾਹਰਾਂ ਵੱਲੋਂ ਦੱਸਿਆ ਗਿਆ ਮਾਸਕ ਪਹਿਨਣਾ ਜਾਂ ਡਿਸਟੈਂਸ ਰੱਖਣਾ, ਦੂਰੀ ਰੱਖਣੀ ਹੈਗੀ ਹੈ, ਉਸ ਤਰ੍ਹਾਂ ਦੇ ਜਿਹੜੇ ਧਿਆਨ ਨੇ, ਹਥਿਆਤ ਨੇ, ਉਹ ਆਪਾਂ ਵਰਤੋਂ ਹਟ ਕੇ, ਕਿਉਂ ਹਟ ਕੇ? ਕਿਉਂਕਿ ਸਾਡੇ ਦੇ ਵਿੱਚ ਮਨਾਂ ਦੇ ਵਿੱਚ ਜਿਹੜਾ ਡਰ ਸੀਗਾ ਉਹ ਨਿਕਲ ਗਿਆ। ਲੇਕਿਨ ਹੁਣ ਸਾਨੂੰ, ਕਿਉਂਕਿ ਫੈਲਾਅ ਬੜੀ ਜ਼ੋਰ ਨਾਲ ਹੋ ਰਿਹਾ ਹੈ, ਤੇ ਸਰਕਾਰ, ਦੇਖੋ ਸਰਕਾਰ ਨੇ ਆਪਣੇ ਲੈਵਲ ਤੇ ਬਹੁਤ ਚੰਗੀ ਤਰ੍ਹਾਂ, ਬਹੁਤ ਵੱਡੇ ਲੈਵਲ ਤੇ ਪ੍ਰਬੰਧ ਕੀਤੇ ਨੇ। ਲੇਕਿਨ ਅਗਰ ਬਿਮਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ, ਮਰੀਜ਼ ਬਹੁਤ ਜ਼ਿਆਦਾ ਆਉਂਦੇ ਨੇ, ਤਾਂ ਕਿਤੇ ਨਾ ਕਿਤੇ ਜਿਹੜੀ ਦਿੱਕਤ ਹੈ ਉਹ ਆ ਸਕਦੀ ਹੈ। ਪ੍ਰੈਕਟੀਕਲ ਤੌਰ ਤੇ ਮੈਂ ਇਹ ਗੱਲ ਕਹਿ ਰਿਹਾ। ਸੋ ਇਸੇ ਕਰਕੇ ਸਰਕਾਰ ਕੁਝ ਸਖਤ ਕਦਮ ਵੀ ਲੈ ਸਕਦੀ ਹੈ ਤਾਂ ਕਿ ਫੈਲਾਅ ਜਿਹੜਾ ਹੈਗਾ ਇੱਕਦਮ ਨਾ ਹੋਵੇ ਤੇ ਜ਼ਿਆਦਾ ਮਰੀਜ਼ ਇੱਕਦਮ ਨਾ ਆਉਣ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਛੋਟਾ ਜਿਹਾ ਰਿਐਕਸ਼ਨ ਰੱਖੀਏ। ਜੀ ਮੈਂ ਡਾਕਟਰ ਸਾਹਿਬ ਤੋਂ ਇੱਕ ਰਿਐਕਸ਼ਨ ਲੈਣਾ। ਡਾਕਟਰ ਸਾਹਿਬ, ਡਾਕਟਰ ਅਤਿਨ ਸਾਡੇ ਨਾਲ ਨੇ। ਸਰ, ਜੇਕਰ ਤੁਸੀਂ ਇਹ ਵੀ ਦੱਸ ਸਕੋ ਕਿ ਕਮਿਊਨਿਟੀ ਸਪਰੈਡ ਇਹਨੂੰ ਕਿਹਾ ਜਾਵੇ ਜਾਂ ਨਾ, ਕਿਉਂਕਿ ਲੋਕ ਬਹੁਤ ਘਰੋਂ ਨਿਕਲ, ਜਿਹੜੇ ਬਹੁਤ ਕੌਨਸ਼ੀਅਸ ਆ, ਤਾਂ ਬਹੁਤ ਐਵੇਂ ਸੋਚ ਰਹੇ ਕਿ ਘਰੋਂ ਬਾਹਰ ਨਿਕਲਾਂਗੇ, ਪਤਾ ਨਹੀਂ ਬਾਹਰ ਕੁਝ ਜਾ ਕੇ ਸਾਨੂੰ ਹੋ ਜਾਏ, ਕਰੋਨਾ ਹੋ ਜਾਏ। ਹੁਣ ਸਾਡੇ ਵਰਗੇ ਰੋਜ਼ ਆਫਿਸ ਆ ਰਹੇ ਆ, ਬਹੁਤ ਸਾਰੀਆਂ ਚੀਜ਼ਾਂ ਦਿਮਾਗ ਦੇ ਵਿੱਚ ਘੁੰਮਦੀਆਂ ਨੇ। ਮੈਂ ਸਮਝਣਾ ਚਾਹੁੰਦਾ ਕਿ ਇਹ ਕਮਿਊਨਿਟੀ ਸਪਰੈਡ ਹੈ ਜਾਂ ਨਹੀਂ ਹੈ, ਜਾਂ ਇਸ ਨੂੰ ਕਿਹਾ ਜਾਵੇ ਕਿ ਹਾਂ ਹੁਣ ਅਸੀਂ ਕਮਿਊਨਿਟੀ ਸਪਰੈਡ ਵਾਲੀ ਸਟੇਜ ਦੇ ਉੱਤੇ ਹੈਗੇ ਆ, ਇਨਫੈਕਟ ਇੰਡੀਆ ਲੈਵਲ ਤੇ, ਪੰਜਾਬ ਲੈਵਲ ਤੇ ਨਾਲ। ਬਿਲਕੁਲ, ਮੇਰੇ ਹਿਸਾਬ ਨਾਲ ਜੀ ਹੁਣ ਆਪਾਂ ਇਸ ਗੱਲ ਨੂੰ ਕਹਿ ਸਕਦੇ ਹਾਂ ਵੀ ਆਪਾਂ ਕਮਿਊਨਿਟੀ ਸਪਰੈਡ ਦੇ ਵਿੱਚ ਐਂਟਰ ਕਰ ਚੁੱਕੇ ਹਾਂ, ਕਿਉਂਕਿ ਇੱਕ ਬਜ਼ੁਰਗ ਇਨਸਾਨ ਜਿਹੜਾ ਬਿਲਕੁਲ ਘਰੇ ਬੈਠਾ ਹੈ, ਜਿਹੜਾ ਬਿਲਕੁਲ ਵੀ ਘਰੋਂ ਬਾਹਰ ਨਹੀਂ ਨਿਕਲ ਰਿਹਾ, ਉਸ ਨੂੰ ਵੀ ਪਤਾ ਲੱਗਦਾ ਹੈ ਵੀ ਕੁਝ ਦਿਨ ਬਾਅਦ ਬੁਖਾਰ ਹੋ ਜਾਂਦਾ ਹੈ। ਉਹ ਬੁਖਾਰ ਕਿਉਂ ਹੁੰਦਾ ਹੈ? ਕਿਉਂਕਿ ਉਹਦੇ ਬਾਕੀ ਦੇ ਘਰ ਦੇ ਮੈਂਬਰ ਬਾਹਰ ਜਾ ਰਹੇ ਹੈ ਤੇ ਉਹ ਬਾਹਰੋਂ ਆ ਰਹੇ ਹੈ, ਉਹਨਾਂ ਦੀ ਇਮਿਊਨਿਟੀ ਚੰਗੀ ਹੈ, ਬਟ ਉਹ ਕੈਰੀਅਰ ਦਾ ਫਾਰਮ ਦੇ ਵਿੱਚ ਆ ਕੇ ਉਹਨਾਂ ਦੇ ਵਿੱਚ ਡਿਜ਼ੀਜ਼ ਟ੍ਰਾਂਸਮਿਸ਼ਨ ਦਾ ਰੂਪ ਲੈ ਰਹੀ ਹੈ। ਜਿਹੜੇ ਬਿਲਕੁਲ ਬਜ਼ੁਰਗ ਘਰੇ ਬੈਠੇ ਸੀ, ਉਹਨਾਂ ਨੂੰ ਵੀ ਜੇ ਕਰੋਨਾ ਹੋ ਰਿਹਾ ਹੈ ਜਾਂ ਕਰੋਨਾ ਦੇ ਲੱਛਣ ਆ ਰਹੇ ਹਨ, ਤਾਂ ਇਹਦਾ ਮਤਲਬ ਆਪਾਂ ਕਮਿਊਨਿਟੀ ਸਪਰੈਡ ਵਿੱਚ ਐਂਟਰ ਕਰ ਗਏ ਹਾਂ। ਇਹਦਾ ਹੱਲ ਲਾਕਡਾਊਨ ਨਹੀਂ ਹੈ, ਇਹਦਾ ਹੱਲ ਐਤਬਾਰੀ ਨਾਲ ਕੰਮ ਕਰਨਾ ਹੈ, ਮਾਸਕ ਦੇ ਪ੍ਰਯੋਗ ਕਰਨਾ ਹੈ। ਜੇ ਆਪਾਂ ਬਾਹਰ ਜਾ ਰਹੇ ਹਾਂ, ਆਪਣੇ ਕੰਮ ਤੇ ਜਾ ਰਹੇ ਹਾਂ, ਤਾਂ ਆਪਾਂ ਉੱਥੇ ਸਾਰੀਆਂ ਦੀ ਸਾਰੀ ਪ੍ਰੀਕਾਸ਼ਨਸ ਲਈਏ। ਜਦੋਂ ਆਪਾਂ ਘਰ ਮੁੜ ਵਾਪਸ ਆ ਰਹੇ ਹਾਂ ਤਾਂ ਆਪਣੇ ਹੱਥ ਪੈਰ ਧੋ ਕੇ, ਆਪਣੇ ਚੰਗੀ ਤਰ੍ਹਾਂ ਆਪਣੇ ਆਪ ਨੂੰ ਵਾਸ਼ ਕਰਕੇ
ਫਿਰ ਹੀ ਆਪਾਂ ਅੰਦਰ ਆਪਣੇ ਪਰਿਵਾਰਕ ਦੇ ਬਾਕੀ ਮੈਂਬਰਾਂ ਨਾਲ ਮਿਲੀਏ। ਬਾਹਰ ਜਦੋਂ ਤੱਕ ਜ਼ਰੂਰੀ ਨਾ ਹੋਵੇ ਉਦੋਂ ਤੱਕ ਬਿਨਾਂ ਮਤਲਬ ਤੋਂ ਕਿਸੇ ਵੀ ਤਰੀਕੇ ਨਾਲ ਘਰੋਂ ਬਾਹਰ ਨਾ ਨਿਕਲਿਆ ਜਾਵੇ। ਲੋਕ ਨਾ ਬਹੁਤ ਸਵਾਲ ਵੀ ਪੁੱਛਦੇ ਨੇ, ਸਾਡੇ ਤੱਕ ਵੀ ਸਵਾਲ ਪਹੁੰਚਦੇ ਨੇ। ਕਈ ਲੋਕਾਂ ਨੇ ਤਸਵੀਰ ਭੇਜ ਦਿੱਤੀ ਜਿਸ ਦੇ ਵਿੱਚ ਇੱਕ ਭਿਖਾਰੀ ਨਜ਼ਰ ਆ ਰਿਹਾ ਹੈ ਤੇ ਉਹ ਕਹਿੰਦੇ ਨੇ ਕਿ ਜਿਹੜੇ ਡਾਕਟਰਸ ਨੇ, ਜਿਹੜਾ ਪੂਰਾ ਸਾਡਾ ਸਿਸਟਮ ਹੈ, ਜਿਹੜੇ ਸਾਡੇ ਸਾਇੰਟਿਸਟ ਨੇ, ਉਹਨਾਂ ਦੇ ਲਈ ਇੱਕ ਜ਼ਰੂਰ ਰਿਸਰਚ ਦਾ ਵਿਸ਼ਾ ਹੈ ਕਿ ਜਿਹੜੇ ਬੜੇ VIP ਲੋਕ ਨੇ ਜਾਂ ਬੜੇ ਹਾਈ ਕਲਾਸ ਲੋਕ ਨੇ ਉਹਨਾਂ ਤੱਕ ਹੀ ਕਿਉਂ ਹੋ ਰਿਹਾ, ਜਿਹੜੇ ਸੜਕਾਂ ਤੇ ਘੁੰਮਦੇ ਨੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਕਰੋਨਾ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲਦੀ। ਕਿ ਵਾਕਈ ਅਜਿਹਾ ਹੈ ਕਿ ਜਿਹੜੇ ਬਹੁਤ ਰੋਜ਼ਾਨਾ ਦਿਹਾੜੀ ਕਰਦੇ ਨੇ, ਮਜ਼ਦੂਰੀ ਕਰਦੇ ਨੇ, ਜੋ ਬਹੁਤ ਮਤਲਬ ਅਸੀਂ ਕਹੀਏ ਕਿ ਮਿਹਨਤ ਕਰਦੇ ਨੇ, ਉਹਨਾਂ ਤੱਕ ਕਰੋਨਾ ਘੱਟ ਪਹੁੰਚਦਾ ਜਾਂ ਉਹਨਾਂ ਨੂੰ ਨਹੀਂ ਕੋਈ ਦਿੱਕਤ ਹੁੰਦੀ? ਅਜਿਹੀ ਕੋਈ ਗੱਲ ਹੈ ਕਿ ਕੋਈ ਖਾਸ ਕੈਟਾਗਰੀ ਹੈ ਕਿ ਉਹਨਾਂ ਤੱਕ ਕਰੋਨਾ ਜ਼ਿਆਦਾ ਇਫੈਕਟ ਕਰ ਰਿਹਾ ਹੈ? ਨਹੀਂ, ਆ ਕਹਿਣਾ ਗਲਤ ਹੋਊਗਾ ਵੀ ਸਿਰਫ ਐਕਚੁਅਲੀ ਪ੍ਰੋਬਲਮ ਕੀ ਹੈ, ਜਿਹੜਾ ਵੱਡੀ ਕੈਟਾਗਰੀ ਦਾ ਬੰਦਾ ਹੈ, ਜਿਹੜਾ ਥੋੜਾ ਜਿਹਾ ਸੋਸ਼ਲੀ ਜ਼ਿਆਦਾ ਮਤਲਬ ਉਹ ਹੈ, ਪ੍ਰਮਾਣਿਤ ਬੰਦਾ ਹੈ, ਉਹਨੂੰ ਜੇ ਥੋੜੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਆਪਣੀ ਜਾਂਚ ਜਲਦੀ ਕਰਵਾ ਲੈਂਦਾ ਹੈ। ਇੱਕ ਗਰੀਬ ਇਨਸਾਨ ਨਾਲੋਂ ਜਿਹੜਾ ਸਰਦੀ ਜ਼ੁਕਾਮ ਨੂੰ ਆ ਸਮਝਦਾ ਆ ਤਾਂ ਮੈਨੂੰ ਹਰ ਟਾਈਮ ਹੀ ਹੋ ਜਾਂਦਾ, ਮੈਨੂੰ ਕਦੇ ਵੀ ਹੋ ਸਕਦਾ ਹੈ। ਤੇ ਜਿਹੜਾ ਇੱਕ ਐਜੂਕੇਟਿਡ ਪਰਸਨ ਹੈ ਉਹ ਇਸ ਟਾਈਮ ਆਪਦਾ ਜ਼ਿਆਦਾ ਧਿਆਨ ਰੱਖਦੇ ਹੋਏ, ਥੋੜਾ ਸਾਰੀ ਚੀਜ਼ਾਂ ਨੂੰ ਚੱਲਦੇ ਹੋਏ, ਇਹਨੂੰ ਸਮਝਦੇ ਹੋਏ ਵੀ ਕਰੋਨਾ ਦਾ ਕਹਿਰ ਚੱਲ ਰਿਹਾ ਹੈ ਤਾਂ ਆਪਣੀ ਜਾਂਚ ਜਲਦੀ ਕਰਵਾ ਲੈਂਦਾ ਹੈ। ਇਸ ਕਰਕੇ ਉਹਦੀ ਰਿਪੋਰਟ ਹੋ ਜਾਂਦੀ ਹੈ, ਉਹਦਾ ਚੈੱਕਅਪ ਹੋ ਜਾਂਦਾ, ਉਹਦਾ ਟੈਸਟ ਹੋ ਜਾਂਦਾ ਤੇ ਉਹ ਪੋਜ਼ਿਟਿਵ ਪਾਇਆ ਜਾ ਰਿਹਾ। ਜਦਕਿ ਜਿਹੜੇ ਥੋੜੇ ਗਰੀਬ ਤਬਕੇ ਦੇ ਲੋਕ ਹੈ, ਨੋ ਡਾਊਟ ਥੋੜੀ ਜੀ ਇਮਿਊਨਿਟੀ ਲੈਵਲ ਵੀ ਉਹਨਾਂ ਦਾ ਹਾਈ ਹੁੰਦਾ ਹੈ ਕਿ ਕਿਸੇ ਦੀ ਡੈਥ ਹੋਈ ਹੈ ਕਰੋਨਾ ਦੀ ਵਜ੍ਹਾ ਨਾਲ। ਮਾਫੀ ਚਾਹ ਰਿਹਾ ਤੁਹਾਨੂੰ ਵਿਚਾਲੇ ਰੋਕ ਲਿਆ, ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਮੈਂ ਇੱਕ ਚੀਜ਼ ਜਾਣਨੀ ਚਾਹੁੰਦਾ ਸੀ ਕਿ ਜਿਵੇਂ ਬਹੁਤ ਸਾਰੀਆਂ ਡੈਥ ਦੀਆਂ ਲਗਾਤਾਰ ਜਾਣਕਾਰੀਆਂ ਪਹੁੰਚ ਰਹੀਆਂ ਨੇ, ਤੁਸੀਂ ਖੁਦ ਦੇਖ ਰਹੇ ਹੋ ਨਾ ਸਾਰੀਆਂ ਚੀਜ਼ਾਂ ਨੂੰ, ਰਿਸਰਚ ਵੀ ਹੋ ਰਹੀ ਹੋਏਗੀ ਕਿ ਕੋਈ ਐਸੇ ਪੇਸ਼ੈਂਟਸ ਵੀ ਹੈਗੇ ਨੇ ਜਿਨ੍ਹਾਂ ਨੂੰ ਸਿਰਫ ਕਰੋਨਾ ਸੀ, ਸਿਰਫ ਕਰੋਨਾ ਹੋਇਆ ਤੇ ਇਸ ਵਜ੍ਹਾ ਨਾਲ ਉਹਨਾਂ ਦੀ ਡੈਥ ਹੋ ਗਈ, ਜਾਂ ਹਰ ਪੇਸ਼ੈਂਟ ਨੂੰ ਕੋਈ ਨਾ ਕੋਈ ਬਿਮਾਰੀ ਹੋਰ ਹੁੰਦੀ ਹੈ ਇਸ ਕਰਕੇ ਉਹ ਕਰੋਨਾ ਦੀ ਲਪੇਟ ਚ ਆ ਕੇ ਉਹ ਆਪਣੀ ਜਾਨ ਗਵਾ ਬੈਠਦਾ? ਕੋਈ ਐਸਾ ਕੇਸ ਹੈ ਜਿਸ ਨੂੰ ਸਿਰਫ ਕਰੋਨਾ ਸੀ, ਉਹਨਾਂ ਦੀ ਮੌਤ ਹੋ ਗਈ? ਦੋਨੋਂ ਹੀ ਚੀਜ਼ਾਂ ਦੇਖੀਆਂ ਗਈਆਂ ਹਨ। ਕਰੋਨਾ ਦੇ ਮਰੀਜ਼ਾਂ ਦੀ ਜ਼ਿਆਦਾ ਪੁਸ਼ਟੀ ਜਿਨ੍ਹਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ, ਜਿਨ੍ਹਾਂ ਦੀ ਉਮਰ ਜ਼ਿਆਦਾ ਹੈ, ਜਿਨ੍ਹਾਂ ਦਾ ਸਰੀਰ ਕਮਜ਼ੋਰ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਫੇਫੜੇ ਦੀ ਬਿਮਾਰੀ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਕੋਈ ਨਾ ਕੋਈ ਬਿਮਾਰੀ ਹੈ, ਜਾਂ ਉਹਨਾਂ ਦਾ ਸਰੀਰ ਕਮਜ਼ੋਰ ਹੈ, ਜਾਂ ਕੋਈ ਕਿਸੇ ਸਟੀਰੋਇਡ ਤੇ ਹੈ, ਜਾਂ ਕਿਸੇ ਵੀ ਤਰੀਕੇ ਦੀ ਇਮਿਊਨੋ ਕੰਪਰੋਮਾਈਜ਼ਡ ਸਟੇਟਸ ਉਹਨਾਂ ਦਾ ਹੈਗਾ, ਤਾਂ ਉਹਨਾਂ ਦੇ ਵਿੱਚ ਡੈਫੀਨੇਟਲੀ ਕਰੋਨਾ ਹੋਣ ਦੇ ਚਾਂਸਸ ਜ਼ਿਆਦਾ ਹੈ ਤੇ ਉਹਨਾਂ ਦੀ ਰਿਕਵਰੀ ਵੈਸੇ ਵੀ ਸਲੋ ਹੈ। ਦੂਜੇ ਪਾਸੇ ਆਪਾਂ ਦੇਖੀਏ ਤਾਂ ਕਰੋਨਾ ਪਰ ਸੇ ਇੰਡੀਵਿਜੂਅਲ ਲੈਵਲ ਤੇ ਵੀ ਜਿਹੜੀ ਯੰਗ ਪੇਸ਼ੈਂਟਸ ਤੇ ਇਫੈਕਟ ਕਰ ਰਿਹਾ ਹੈ, ਉਹਨਾਂ ਦਾ ਉਹ ਅਸਰ ਫੇਫੜਿਆਂ ਤੇ ਕਰਕੇ ਜੇ ਬੰਦਾ ਅਣਗਹਿਲੀ ਵਰਤਦਾ ਹੈ, ਆਪਣਾ ਮੈਡੀਕਲ ਪੱਧਰ ਤੇ ਇਲਾਜ ਨਹੀਂ ਕਰਵਾਉਂਦਾ, ਸਿਰਫ ਹੋਮ ਕੁਆਰੰਟਾਈਨ ਹੋ ਕੇ ਬਿਨਾਂ ਕਿਸੇ ਇਲਾਜ ਤੋਂ ਜਾਂ ਇਲਾਜ ਤੋਂ ਵੰਚਿਤ ਰਹਿ ਜਾਂਦਾ, ਤਾਂ ਉਹਨਾਂ ਕੇਸਿਸ ਦੇ ਵਿੱਚ ਵੀ ਡੈਥ ਦਾ ਰੇਟ ਬਹੁਤ ਹਾਈ ਪਾਇਆ ਗਿਆ ਹੈ, ਜਦੋਂ ਖਾਸ ਤੌਰ ਤੇ ਸਟੇਜ 3 ਦੇ ਵਿੱਚ ਐਂਟਰ ਕਰ ਜਾਂਦਾ। ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮੈਂ ਮਾਫੀ ਚਾਹ ਰਿਹਾ ਵਿਚਾਲੇ ਰੋਕ ਲਿਆ, ਮੇਰੇ ਕੋਲ ਸਮਾਂ ਖਤਮ ਹੋ ਚੁੱਲਿਆ। ਸਵੈਚ ਸਾਹਿਬ ਬਹੁਤ ਬਹੁਤ ਧੰਨਵਾਦ, ਤੁਹਾਡੇ ਤੋਂ ਮੈਂ ਆਖਰੀ ਰਿਐਕਸ਼ਨ ਨਹੀਂ ਲੈ ਪਾਇਆ। ਖੈਰ ਤੁਸੀਂ ਇੰਤਜ਼ਾਮਾਂ ਦਾ ਦਾਅਵਾ ਕੀਤਾ ਹੈ ਕਿ ਪੂਰੇ ਪੰਜਾਬ ਸਰਕਾਰ ਨੇ ਇੰਤਜ਼ਾਮ ਕਰ ਲਏ ਨੇ। ਪਰਮਾਤਮਾ ਨਾ ਕਰੇ ਕਿ ਸਾਨੂੰ ਸਾਰੇ ਇੰਤਜ਼ਾਮਾਂ ਦੀ ਜ਼ਰੂਰਤ ਪਵੇ ਕਿ ਅਸੀਂ ਇਸ ਫੇਜ਼ ਦੇ ਵਿੱਚ ਪਹੁੰਚੇ ਨਾ। ਸੁਰਿੰਦਰ ਤੁਹਾਡਾ ਵੀ ਧੰਨਵਾਦ, ਜਸਵੀਰ ਤੁਹਾਡਾ ਵੀ ਧੰਨਵਾਦ, ਮੇਰੇ ਸਹਿਯੋਗੀ ਸਾਡੇ ਨਾਲ ਲੁਧਿਆਣਾ ਤੇ ਜਲੰਧਰ ਤੋਂ ਜੁੜੇ ਹੋਏ ਸਨ। ਦੇਖੋ ਕਰੋਨਾ ਦੇ ਇਸ ਪੂਰੇ ਦੌਰ ਦੇ ਵਿੱਚ ਚਰਚਾ ਇਸ ਕਰਕੇ ਵੀ ਕਰਨੀ ਜ਼ਰੂਰੀ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਕਿ ਨਹੀਂ ਕਰੋਨਾ ਕੁਝ ਨਹੀਂ ਹੈ, ਬਹੁਤ ਦਿੱਕਤ ਹੋ ਸਕਦੀ ਹੈ ਜੇਕਰ ਕਰੋਨਾ ਹੁੰਦਾ। ਇਸ ਕਰਕੇ ਅਸੀਂ ਤੁਹਾਨੂੰ ਇਹੀ ਕਹਾਂਗੇ ਕਿ ਮਾਹਰਾਂ ਦੀ, ਡਾਕਟਰਾਂ ਦੀ, ਸਰਕਾਰ ਦੀ, ਪ੍ਰਸ਼ਾਸਨ ਦੀਆਂ ਜਿਹੜੀਆਂ ਵੀ ਗਾਈਡਲਾਈਨਸ ਨੇ ਤੁਸੀਂ ਉਹਨਾਂ ਦੀ ਪਾਲਣਾ ਜ਼ਰੂਰ ਕਰਦੇ ਰਹੋ। ਤੇ ਕਰੋਨਾ ਦਾ ਇੱਕ ਸਭ ਤੋਂ ਖਤਰਨਾਕ ਦੌਰ ਕਿਹਾ ਜਾ ਰਿਹਾ ਹੈ ਜੋ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਸਾਨੂੰ ਨਜ਼ਰ ਆ ਸਕਦਾ ਹੈ। ਇਸ ਕਰਕੇ ਅਰਦਾਸ ਵੀ ਇਹੀ ਕਿ ਜਲਦ ਸਭ ਕੁਝ ਠੀਕ ਹੋਵੇ ਤੇ ਦੂਜੇ ਪਾਸੇ ਤੁਹਾਨੂੰ ਅਪੀਲ ਵੀ ਕਿ ਤੁਸੀਂ ਪ੍ਰੀਕਾਸ਼ਨਸ, ਸਾਵਧਾਨੀਆਂ ਜ਼ਰੂਰ ਵਰਤੋ। ਇਸ ਚਰਚਾ ਦੇ ਵਿੱਚ ਨਹੀਂ, ਛੋਟਾ ਜਿਹਾ ਵਕਫਾ, ਖਬਰਾਂ ਦਾ ਸਿਲਸਿਲਾ ਨਿਊਜ਼ 18 ਤੇ ਜਾਰੀ ਰਹੇ।